नानक पग पंकज बंदन, पग पंकज बंदन। सिमरो अंगद दुख निखंजन, गुर अमरदास हृदय नित ध्यान, हृदय नित ध्यान। श्री गुरु रामदास प्रभु के गुण गावा, गुरु अर्जन विघ्नन के नाशक, विघ्नन के नाशक। हर गोबिंद सुबत समत परगाशक, श्री हर राय नमो कर जोरी, नमो कर जोरी। श्री हर कृष्ण मनाए बहोरी, गुरु तेग बहादुर परम कृपाला, परम कृपाला। श्री गुरु गोबिंद सिंह विशाला, तरौं तरा तार पुन पुन सीसा, जी पुन पुन सीसा। बंदों बार बार जगदीशा, या मह अमृत ज्ञान है, माणक भगत बैराग। श्री गुरु ग्रंथ साहिब जी उदद, बंदों कर अनुराग। एकंकार सतगुरु जय प्रसाद सच होए, वाहिगुरु जी की फतेह है, विघ्न विनाशन सोए। वाहिगुरु जी की फतेह है, विघ्न विनाशन सोए। सतनाम श्री वाहिगुरु साहिब जी। दोहरा श्री गुरु कृपा निधान सुन, लख कै सुध अधिकार। निर्णय कीन सब्रह्म को, तिस प्रत बाकी उचार। श्री गुरु कृपा निधान सुन। वाहिगुरु जी का खालसा, वाहिगुरु जी की फतेह। सतगुरु पातशाह साहिब जी दे पावन दरबार दियां हाਜ਼ਰੀਆਂ भरदियां गुरु पातशाह साहिब जी ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀ ਆ ਰਹੀ, ਆਪ ਉਹਨਾਂ ਦੇ ਸਾਂਝੀ ਤੇ ਧਾਰਣੇ ਹੋਏ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਦੀ ਰਹਿਮਤ ਕਰਨ, ਆਪਣੀ ਹੀ ਪਾਵਨ ਸਿੱਖਿਆਦਾਇਕ ਸਾਖੀ ਤਿਸਤੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ श्री वाहिगुरु। गरीब निवास कट कट के वासी श्री अकाल पुरख वाहिगुरु जी का कोटान कोट शुकराना है जो सच्चे पातशाह साहब जी ने कृपा की है
ਸੰਪੂਰਨ ਦਿਵਸ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਏ। ਸੰਧਿਆ ਕੇ ਸਮੇਂ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਆਸੁਭਾਗ ਸਮਾਂ ਬਖਸ਼ਿਸ਼ ਕੀਤਾ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਪਾਤਸ਼ਾਹ ਸਾਹਿਬ ਜੀ ਨੇ ਜਦੋਂ ਸਥਾਨਕ ਸੰਗਤਾਂ ਦੇ ਪ੍ਰਤੀ ਬਖਸ਼ਿਸ਼ਾਂ ਦਾ ਦਰ ਖੋਲ੍ਹੇ ਤੇ ਸਾਨੂੰ ਸ਼ਬਦ ਸਰੂਪ ਬਖਸ਼ਿਸ਼ ਕਰ ਨਿਵਾਜੇ ਹੈ, ਸਿੱਖਿਆ ਦਿੱਤੀ ਹੈ, ਭਰੋਸਾ ਬਖਸ਼ਿਸ਼ ਕੀਤਾ। ਅਸੀਂ ਵੀ ਕਿਤੇ ਉਸ ਮੁਕਾਮ ਤੇ ਪਹੁੰਚ ਸਕੀਏ ਜਿੱਥੇ ਪਾਤਸ਼ਾਹ ਨੇ ਸਾਨੂੰ ਸਵੇਰੇ ਸਵੇਰੇ ਪਹੁੰਚਾਉਣ ਦੀ ਬਖਸ਼ਿਸ਼ ਕੀਤੀ। ਕਹਿ ਸਕੀਏ ਗੁਰ ਪੂਰਾ ਮੇਰੀ ਰਾਖ ਲਈ। ਅੰਮ੍ਰਿਤ ਬਖਸ਼ਿਸ਼ ਸ਼ਬਦ ਸਰੂਪ ਸ਼੍ਰੀ ਮੁਖਵਾਕ ਦੇ ਰੂਪ ਚ ਪ੍ਰਾਪਤ ਹੋਈ, ਜਿਸ ਦੀ ਛਾਂ ਹੇਠ ਸਾਡਾ ਅੱਜ ਦਾ ਦਿਨ ਗੁਜ਼ਰ ਰਿਹਾ ਹੈ। ਰਹਿਮਤ ਹੋਵੇ ਸ਼ਬਦ ਦੀ ਛਾਂ ਹੇਠ ਗੁਰੂ ਕੀ ਸ਼ਰਨ ਵਿੱਚ ਸਾਡਾ ਸਮਾਂ ਗੁਜ਼ਰੇ। ਜਿਸ ਦਾ ਸਮਾਂ ਗੁਰੂ ਕੀ ਸ਼ਰਨ ਵਿੱਚ ਗੁਜ਼ਰਦਾ ਹੈ ਉਹ ਸਰਲ ਹੋ ਜਾਂਦਾ ਹੈ, ਤੇ ਜੋ ਜੀ ਸਰਲ ਹੋ ਜਾਏ ਉਹ ਸੁਖੈਨ ਹੀ ਸਫਲ ਹੋ ਜਾਂਦਾ ਹੈ। ਤੇ ਸਾਡੇ ਚੋਂ ਹਰ ਕੋਈ ਜੀ ਸਫਲ ਹੋਣਾ ਚਾਹੁੰਦਾ ਹੈ, ਤੇ ਸਫਲਤਾ ਦਾ ਇੱਕੋ ਇੱਕ ਪੈਮਾਨਾ ਹੈ। ਇੱਕ ਪਾਸੇ ਸੰਸਾਰ ਵਿੱਚ ਮਿਹਨਤ ਤੇ ਅਧਿਆਤਮ 'ਚ ਕਿਰਪਾ। ਸੰਸਾਰ ਦੇ ਵਿੱਚ ਮਿਹਨਤ ਨਾਲ ਸਫਲ ਹੋਇਆ ਜਾਂਦਾ ਹੈ, ਤੇ ਅਧਿਆਤਮ ਦੇ ਵਿੱਚ ਕਿਰਪਾ ਦੇ ਸਦਕੇ ਹੀ ਸਫਲ ਹੋਇਆ ਜਾਂਦਾ ਹੈ। ਇਤਿਹਾਸ ਦੀਆਂ ਇਹ ਗਾਥਾਵਾਂ ਸਾਖੀਆਂ ਪੜ੍ਹਦਿਆਂ ਇਹਦੇ ਵਿੱਚੋਂ ਅਸੀਂ ਕਿਰਪਾ ਦੀ ਹੀ ਤਲਾਸ਼ ਕਰਦੇ ਹਾਂ। ਗੁਰੂ ਕੀਆਂ ਸਾਖੀਆਂ, ਗੁਰੂ ਕੀਆਂ ਗਾਥਾਵਾਂ ਜਦੋਂ ਅਸੀਂ ਪੜ੍ਹਦੇ ਹਾਂ, ਸਾਡੇ ਅੰਦਰ ਸ਼ਰਧਾ ਪੈਦਾ ਹੋ ਸਕੇ, ਸਾਡਾ ਭਾਵ ਟਿਕ ਸਕੇ। ਇਹੀ ਮਨੋਰਥ ਹੁੰਦਾ ਹੈ ਕਥਾ ਦਾ। ਗੁਰੂ ਕੀ ਕਿਰਪਾ ਸਿਕਾ ਕੱਲ ਅਸੀਂ ਵਾਚ ਰਹੇ ਸਾਂ। ਆਓ ਅੱਜ ਤੋਂ ਅੱਗੇ ਚੱਲਦੇ ਹਾਂ। ਸੰਤੋਖ ਸਰ ਸਾਹਿਬ ਜੋ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸਥਾਪਿਤ ਹੈ, ਜਿਨ੍ਹਾਂ ਦੀ ਖੁਦਾਈ ਪੁਟਾਈ ਦੇ ਦਰਮਿਆਨ ਇੱਕ ਜੋਗੀ ਪ੍ਰਾਪਤ ਹੋਇਆ, ਜਿਸ ਦਾ ਗੁਰੂ ਪਾਤਸ਼ਾਹ ਸਾਹਿਬ ਜੀ ਨਾਲ ਸੰਵਾਦ ਹੋ ਰਿਹਾ। ਸਤਿਗੁਰੂ ਸਾਹਿਬ ਦੇ ਹਜ਼ੂਰ ਉਸਨੇ ਕੁਝ ਸਵਾਲ ਰੱਖੇ ਸਨ, ਕਿਉਂਕਿ ਉਹ ਇੱਕ ਗਿਆਨੀ ਹੈ, ਤੇ ਗਿਆਨੀਆਂ ਦੇ ਸਵਾਲ ਵੀ ਤੇ ਗਿਆਨੀਆਂ ਵਰਗੇ ਹੀ ਹੋਣਗੇ। ਸਾਡੇ ਤੁਹਾਡੇ ਸਧਾਰਨ ਜੀਆਂ ਦੀਆਂ ਗੱਲਾਂ ਸਧਾਰਨ ਜੀਆਂ ਵਰਗੀਆਂ, ਸਧਾਰਨ ਬੋਲਚਾਲ ਦੀ ਹੋਣਗੀਆਂ। ਤੇ ਜਦੋਂ ਗਿਆਨੀਆਂ ਦਾ ਸੰਵਾਦ ਹੋਵੇਗਾ ਉਹ ਫਿਰ ਉਹਨਾਂ ਦਾ ਲੈਵਲ ਬਹੁਤ ਉੱਚਾ ਉੱਠ ਜਾਂਦਾ ਹੈ। ਬਾਣੀ ਪੜ੍ਹਨ ਵਾਲੇ ਵੀ ਜਾਣਦੇ ਨੇ, ਜਦੋਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਨੇ ਬਨਾਰਸ ਦੇ ਪੰਡਤਾਂ ਦੇ ਨਾਲ ਵਿਚਾਰ ਕੀਤੀ ਹੈ ਤੇ ਸੰਸਕ੍ਰਿਤੀ ਦੇ ਉਚਾਰਨ ਹੋਏ ਨੇ। ਸਾਹਮਣੇ ਬੈਠੇ ਕਿਸੇ ਕਾਜੀ ਦੇ ਨਾਲ ਵਾਰਤਾਲਾਪ ਹੁੰਦਾ ਤੇ ਉਸ ਵਕਤ ਫਾਰਸੀ ਬੋਲੀ ਜਾਂਦੀ ਹੈ, ਕਿਉਂਕਿ ਉਹਨਾਂ ਦਾ ਜੋ ਲੈਵਲ ਹੈ ਵਿਦਿਅਕ ਦਾ, ਸੋਝੀ ਦਾ ਜੋ ਲੈਵਲ ਹੁੰਦਾ, ਉਸੇ ਮੁਤਾਬਕ ਗੱਲਬਾਤ ਹੁੰਦੀ ਹੈ। ਆਓ ਯਤਨ ਕਰਦੇ ਹਾਂ ਅੱਜ ਵੀ ਉਸੇ ਸੰਵਾਦ ਵਿੱਚੋਂ ਅੱਗੇ ਚੱਲਦੇ। ਉਸਨੇ ਕੋਈ ਸਵਾਲ ਪੁੱਛੇ ਸਨ ਤੇ ਮਹਾਰਾਜ ਨੇ ਉਸਨੂੰ ਅਧਿਕਾਰੀ ਜਾਣ ਕੇ, ਅਧਿਆਤਮ ਦੇ ਵਿੱਚ ਇੱਕ ਸ਼ਬਦ ਹੈ ਅਧਿਕਾਰੀ ਜਾਣਿਆ ਜਾਂਦਾ ਹੈ। ਜਿਵੇਂ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿਸੇ ਵਿਅਕਤੀ ਦਾ ਇੰਟਰਵਿਊ ਲਿਆ ਜਾਂਦਾ ਹੈ, ਉਸ ਦੀ ਯੋਗਤਾ ਨੂੰ ਵੇਖ ਕੇ ਉਸਨੂੰ ਜੌਬ ਦਿੱਤਾ ਜਾਂਦਾ ਹੈ। ਇਵੇਂ ਅਧਿਆਤਮ ਦੇ ਵਿੱਚ ਸਨਮੁਖ ਬੈਠੇ ਹੋਏ ਆਪਣੇ ਸ਼ਾਗਿਰਦ ਦੀ ਅਧਿਕਾਰਤਾ ਨੂੰ ਵੇਖਿਆ ਜਾਂਦਾ ਹੈ ਕਿ ਉਹ ਇਸ ਗਿਆਨ ਦਾ ਅਧਿਕਾਰੀ ਹੈ। ਜੇ ਉਹ ਇਸ ਗਿਆਨ ਦਾ ਅਧਿਕਾਰੀ ਹੈ ਤਾਂ ਉਸਨੂੰ ਇਹ ਗਿਆਨ ਮਿਲਦਾ ਹੈ। ਕਿਸੇ ਨੂੰ ਕਰਮ ਦੀ ਉਪਦੇਸ਼ ਦਿੱਤਾ ਜਾਂਦਾ ਹੈ, ਕਿਸੇ ਨੂੰ ਉਪਾਸਨਾ ਦਾ ਉਪਦੇਸ਼ ਮਿਲਦਾ ਹੈ, ਕਿਸੇ ਨੂੰ ਗਿਆਨ ਦਾ ਮਿਲਦਾ ਹੈ। ਕਿਉਂਕਿ ਇਹ ਅਲੱਗ-ਅਲੱਗ ਸਾਡੇ ਬੌਧਿਕ ਲੈਵਲ ਹੁੰਦੇ ਨੇ, ਸੋਝੀ ਦੇ ਲੈਵਲ ਹੁੰਦੇ ਨੇ। ਕੋਈ ਕਰਮ ਖੇਤਰ 'ਚ ਹੀ ਖੜਾ ਹੈ, ਕੋਈ ਉਪਾਸਨਾ 'ਚ ਖੜਾ ਹੈ, ਕੋਈ ਗਿਆਨ ਵਿੱਚ ਖੜਾ ਹੈ, ਕੋਈ ਭਗਤੀ ਵਿੱਚ ਖੜਾ ਹੈ, ਕੋਈ ਬੈਰਾਗ ਵਿੱਚ ਖੜਾ ਹੈ। ਮੋਟੇ-ਮੋਟੇ ਤੌਰ ਤੇ 4 ਲੈਵਲ ਹੁੰਦੇ ਨੇ, ਕਰਮ ਦੇ, ਭਗਤੀ ਦੇ, ਗਿਆਨ ਦੇ, ਵੈਰਾਗ ਦੇ। ਇਹਨਾਂ ਦੇ ਵਿਦਵਾਨਾਂ ਨੇ ਕ੍ਰਮ ਅਲੱਗ-ਅਲੱਗ ਮੰਨੇ ਹੋਏ ਨੇ। ਪਰ ਅਸੀਂ ਇਸ ਬਹਿਸ ਵਿੱਚ ਨਾ ਪੈਂਦੇ ਹੋਏ, ਪਾਤਸ਼ਾਹ ਸਾਹਿਬ ਜੀ ਜੋ ਉਸਨੂੰ ਅਧਿਕਾਰੀ ਜਾਣ ਕੇ ਇਹ ਗਿਆਨੀ ਹੈ, ਇਹਦਾ ਹਿਰਦਾ ਸ਼ੁੱਧ ਹੈ ਔਰ ਇਹ ਗਿਆਨ ਦੀ ਗੱਲ ਨੂੰ ਪਕੜ ਸਕਦਾ ਹੈ, ਬਖਸ਼ਿਸ਼ ਨਾਲ ਨਿਵਾਜਦੇ ਨੇ। ਕੁਝ ਬਚਨ ਉਹਨਾਂ ਸਾਂਝੇ ਕਰਦੇ ਨੇ। ਅੱਜ ਉਹ ਦਰਸ਼ਨ ਕਰਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜੋਗੀ ਨੂੰ ਉਪਦੇਸ਼ ਕਰਦੇ ਹੋਏ ਇਸ ਤਰ੍ਹਾਂ ਬਚਨ ਬਿਲਾਸ ਸਾਂਝੇ ਕਰਦੇ ਹਨ। ਓ ਜੋਗਵੇਸ਼ਵਰ ਆਚਰਜ ਹੈ। ਸਤਿਗੁਰੂ
सतगुरु कहने लगे, हे जोगीश्वर, बहु जोगीश्वर है संस्कृति के पुराने शब्दावली है जिन्होंने आप पंजाबी च हे भाई गल सुन, तू जोगी है, बड़ा लंबेरा समा तू योग साधना कीतियां ने, ते ये आश्चर्य है जिसकी गल तू पूछना चाह रहा है कि ब्रह्म का स्वरूप की हुंदा है, ब्रह्म दी क्रियावां की हुंदियां ने, यही ते आश्चर्य है। इसे आश्चर्य नूं ही वाहे संस पंजाबी पढ़ते हैं। कहने लगे, जोगीश्वर ये एक आश्चर्य है, अज तेनू आश्चर्य की गल करते की गल सुनाते हाँ। कह ब्रह्म को जिम को कह, गल सुन, करता पुरख जिन्हों ब्रह्म कहते हो वो अकह है, जिन्हों आपां अकथ कहते हाँ, उसनों कहा नहीं जा सकता, उसके बारे कोई बयान नहीं किया जा सकता। आपां उसनों पंजाबी च पाठ करते करते अकथ कहते हैं, जिसके बारे कुछ भी कथन ना किया जा सकता होवे वो अकथ हुंदा है। परमात्मा की कथा अकथ की कथा होंदी है। सानू पता है असी परमात्मा की कथा नहीं कर सकते, असी गुरु के गुणों का वर्णन नहीं कर सकते, पर फिर भी करते हैं, क्योंकि करदियां करदियां ही साडे च उन्हां गुणों का समावेश होना है। कथा करदियां करदियां, कथा सुनदियां सुनदियां ही सानू दसिया गया हिरदे की मैल उतर जाती है, क्योंकि पता नहीं किहड़ी गल दे नाल कदों बैराग की तरंग उठ जाती है। सानू दसे सुन हर कथा उतारी मैल। पातशाह कहने लगे, जोगी ये ब्रह्म की गल है, ये आश्चर्य की गल है, ये अकथ की गल है, ते अकथ नूं कथिया नहीं जा सकता। नाम अगोचर भाख तता है, उसे नूं तुसीं अगोचर कहंदे हो। अगोचर के जिथों तक साडी मत बुद्ध दा, साडी शरीरक इंद्रियां दी कोई पहुंच ना हो सके, असें तुसीं गोचर हाँ। जिवें धरती ते तुर के किते जाया जाए, किते उड़ के पहुंच जाइए, किते तर के पहुंच जाइए। जिथे उड़ के, तुर के, तर के, ये तीन ढंग ने साडे शरीरक तौर ते किते पहुंचण दे। अज भी यही तीन ढंग वरते जांदे ने। जिथे इन्हां तिन्नां ढंगां चों किसी एक ढंग दे नाल भी पहुंच जाइए, वो गोचर हुंदा है। जिवें दूसरा एक पक्ष हुंदा है जिथों तक निगाह पहुंच जाए, जिवें असीं तुसीं एक दूजे नूं दूरों बैठे देखदे हां, इस नूं दृष्टि गोचर कहंदे ने। जो निगाह दे विच आ जाए, विग्यानी फिर दूरबीन दे नाल बड़ी दूर दीयां चीज़ां नूं नेड़े करके देख लेंदे ने, वो दृष्टि गोचर है। पर वो तां अगोचर है, ना उन्होंने देखिया जा सकता है, ना उन्होंने इदां सुनिया जा सकता है, ना चल के उतों तक पहुंचया जा सकता है, ना उसनूं छुया जा सकता है। जो कि जिसकी गल ते जिसके स्वरूप की लखता की गल तो पुछदा है, वो अगोचर है, भाव इस शरीर की इंद्रियां की पकड़ तो दूर हुंदा है। किसी रखी एक विषय का बना है, वो इंद्रियां का विषय नहीं है। ਉਹਨੂੰ शरीरक इंद्रियां ਦੇ ਨਾਲ ਪੜਿਆ, ਸੁਣਿਆ, ਵਿਚਾਰਿਆ, ਬੋਲਿਆ, ਦੱਸਿਆ, ਛੁਇਆ नहीं जा सकता। ਕਉ ਜਨਾਵਨ ਸਿੱਖਨ ਕਾਰਨ, ਤਾਂ ਵੀ ਸਾਨੂੰ ਜਿਤਾਉਣ ਵਾਸਤੇ ਇੱਕ ਬੇਨਤੀ ਕਰਾਂ, ਇਹੋ ਜਿਹੇ ਕੁਝ ਗਿਆਨੀ ਜੋ ਕਦੇ ਕਦੇ ਮਹਾਰਾਜ ਦੇ ਸਨਮੁਖ ਆਣ ਬੈਂਦੇ ਨੇ, ਭਾਵੇਂ ਉਹਨਾਂ ਦਾ ਨਾਂ ਇਤਿਹਾਸ ਵਿੱਚ ਕਿਸੇ ਰੂਪ ਚ ਆਉਂਦਾ ਹੈ, ਦਰਅਸਲ ਇਹ ਸਾਡੇ ਵਾਸਤੇ ਹੁੰਦੇ ਨੇ। ਭਾਵੇਂ ਉਹ ਕੋਈ ਪੰਡਤ ਹਰਦਿਆਲ ਜੀ ਆ ਕੇ ਬਹਿ ਜਾਂਦੇ ਨੇ, कड़े पंडित ब्रजलाल होंदे ने, या कोई भी प्यारा जो गुरु के सन्मुख आके कुछ सवाल पूछता है, तो केवल उपदेश उस एक व्यक्ति लिए नहीं हो रहा, उपदेश साडे लिए हो रहा है। ये प्रथाए साखी महापुरख बोलते सांझी सगल जहाने होंदी है, क्योंकि गुरु का उपदेश जिहड़ा है वो देश अते काल दी सीमावां तो मुक्त है। जो उपदेश, जो कानून, जो विचार देश अते काल दी सीमावां दे विच होएगा, वो खेतरी होएगा, संप्रदायिक होएगा। पर जो गुरु का उपदेश होएगा, जो देश ते काल दी सीमावां तो मुक्त है। इसे करके असीं कहंदे हां ना, गुरु का उपदेश समय तो मुक्त है, काल तो मुक्त है। ताइयों ते सानू अकाल दे देश ले जाएगा ना, क्योंकि काल तो मुक्त है, उहदे ते काल दा प्रभाव ही नहीं है। इतिहास की साखी मुताबक भावें वो बचन 500 साल पहला होया, भावें वो बचन 12वीं सदी च होया, पर वो काल तो मुक्त है, वो अज भी साडे लई ताजा है। बाबा फरीद साहब दा बचन साडे लई अज भी वर्तमान काल दा है, क्योंकि ये काल तो मुक्त है। अज भी
ਬਾਬਾ ਫਰੀਦ ਸਦ ਬਚਨ ਪੜ੍ਹੀਏ, ਕਿਸੇ ਭਗਤ ਤੇ ਪੜ੍ਹੀਏ, ਪਾਤਸ਼ਾਹ ਦੀ ਬਾਣੀ ਪੜ੍ਹੀਏ, ਉਪਦੇਸ਼ ਗ੍ਰਹਿਣ ਕਰੀਏ, ਇਤੇ ਕਾਲ ਤੋਂ ਮੁਕਤ ਹੈ। ਇੱਥੇ ਹੀ ਸਾਨੂੰ ਸੰਕੇਤ ਮਿਲਦਾ ਭਾਈ, ਉਹ ਕੇਵਲ ਇੱਕ ਜੋਗੀ ਲਈ ਹੀ ਉਪਦੇਸ਼ ਨਹੀਂ ਹੈ। ਇਹ ਉਪਦੇਸ਼ ਅੱਜ ਕਿਹਦੇ ਲਈ ਹੈ? ਅੱਜ ਸਾਡੇ ਲਈ ਹੈ। ਅਸੀਂ ਪੜ੍ਹ ਰਹੇ ਹਾਂ, ਅਸੀਂ ਸੁਣ ਰਹੇ ਹਾਂ। ਜੋ ਨਹੀਂ ਪੜ੍ਹ ਰਿਹਾ, ਜੋ ਨਹੀਂ ਸੁਣ ਰਿਹਾ, ਉਹਦੇ ਵਾਸਤੇ ਉਪਦੇਸ਼ ਥੋੜ੍ਹਾ ਹੈ। ਇਹ ਉਪਦੇਸ਼ ਸ਼ਬਦ ਦਾ, ਗਿਆਨ ਦਾ, ਵਿਚਾਰ ਦਾ ਸਿਰਫ ਉਹਨਾਂ ਲਈ ਹੁੰਦਾ ਹੈ ਜੋ ਉਸ ਨੂੰ ਪੜ੍ਹਦਾ ਹੈ, ਜੋ ਉਸ ਨੂੰ ਸੁਣਦਾ ਹੈ, ਤੇ ਜਾਂ ਫਿਰ ਉਸ ਨੂੰ ਜੋ ਮੰਨਦਾ ਹੈ। ਕਿਉਂਕਿ ਸਾਡੇ ਚੋਂ ਪੜ੍ਹਨ ਵਾਲੇ, ਸੁਣਨ ਵਾਲੇ, ਮੰਨਣ ਵਾਲੇ ਘੱਟ ਹੁੰਦੇ ਆ। ਜੋ ਮੰਨ ਲੈਂਦੇ ਨੇ ਉਹ ਅਗਲੀ ਅਵਸਥਾ ਤੇ ਚਲੇ ਜਾਂਦੇ ਨੇ। ਸਾਡੇ ਵਾਸਤੇ ਉਪਦੇਸ਼ ਆਰੰਭ ਕੀਤਾ ਗਿਆ। ਕਰੁਣਾ ਕਰ ਗੁਰ ਕਰਹਿ ਉਚਾਰਨ। ਹੁਣ ਗੁਰੂ ਪਾਤਸ਼ਾਹ ਜਿਹਨੂੰ ਆਪਾਂ ਪੰਜਾਬੀ ਵਿੱਚ ਕਦੇ ਕਦੇ ਕਹਿ ਦਿੰਦੇ ਆ, ਮਿਹਰ ਦੇ ਘਰ ਵਿੱਚ ਆਏ। ਇਹ ਸਾਡਾ ਪੁਰਾਣਾ ਪੰਜਾਬੀ ਦਾ ਬੋਲ ਹੈ ਕਿ ਮਹਾਰਾਜ ਮਿਹਰ ਦੇ, ਕਿਰਪਾ ਦੇ, ਦਇਆ ਦੇ ਘਰ ਵਿੱਚ ਆਏ। ਕਰੁਣਾ ਕਹਿੰਦੇ ਨੇ ਦਇਆ ਨੂੰ। ਮਹਾਰਾਜ ਦਇਆ ਦੇ ਘਰ ਵਿੱਚ ਆ ਕੇ ਇਹ ਬਚਨ ਉਚਾਰਨ ਕਰਨਾ ਸ਼ੁਰੂ ਕੀਤਾ। ਰਚੈ ਸਮਗਰੀ ਜੋ ਮਨ ਆਪਣੇ। ਪਾਤਸ਼ਾਹ ਕਹਿਣ ਲੱਗੇ, ਦੇਖ ਆ ਸਾਰਾ ਬ੍ਰਹਮੰਡੀ ਪਸਾਰਾ ਇਹ ਕਰਤਾ ਪੁਰਖ ਦੀ ਰਚਨਾ ਹੈ, ਜਿਸ ਨੂੰ ਅਸੀਂ ਸਾਰੇ ਬਾਣੀ ਦੇ ਰਾਹੀਂ ਕਈ ਵਾਰ ਪੜ੍ਹਦੇ ਸੁਣਦੇ ਹਾਂ। ਇਹ ਜਿਤਨਾ ਵੀ ਪਸਾਰਾ ਸਾਡਾ ਦ੍ਰਿਸ਼ਟੀਮਾਨ ਹੈ, ਤੇ ਜੋ ਸਾਨੂੰ ਨਜ਼ਰ ਆਉਂਦਾ ਹੈ ਜਾਂ ਜੋ ਸਾਨੂੰ ਨਜ਼ਰ ਨਹੀਂ ਆਉਂਦਾ, ਇਹ ਸਾਰਾ ਦਾ ਸਾਰਾ ਪਸਾਰਾ ਉਸ ਕਰਤਾ ਪੁਰਖ ਨੇ ਹੀ ਰਚਿਆ ਹੋਇਆ ਹੈ। ਸਤ ਪ੍ਰਤੀਤ ਹੋਤ ਸਭ ਸੁਪਨੇ। ਕਿਉਂਕਿ ਇਹ ਸਾਰਾ ਕੁਝ ਪਸਾਰਾ ਸੁਪਨੇ ਵਿੱਚ ਹੈ। ਦਰਅਸਲ ਇਸ ਨੂੰ ਫਿਲਾਸਫੀਕਰ ਇੰਝ ਸਮਝਾਉਂਦੇ ਨੇ, ਜੋ ਮਨੁੱਖ ਸਾਡੇ ਵਿਚਾਰ ਵਿੱਚ ਆਉਂਦਾ ਹੈ ਉਹ ਸਾਡੇ ਸੁਪਨੇ 'ਚ ਪ੍ਰਗਟ ਹੋਣ ਲੱਗ ਪੈਂਦਾ ਹੈ। ਸ਼ਾਇਦ ਇਸੇ ਕਰਕੇ ਦਾਰਸ਼ਨਿਕ ਲੋਕ ਜਗਤ ਨੂੰ ਸੁਪਨਾ ਕਹਿੰਦੇ ਨੇ। ਕਿਉਂ? ਦਾਰਸ਼ਨਿਕ ਹੀ ਨਹੀਂ, ਭਗਤ ਵੀ ਕਹਿੰਦੇ ਨੇ, ਭਗਤ ਹੀ ਨਹੀਂ, ਪਾਤਸ਼ਾਹ ਵੀ ਕਹਿੰਦੇ ਨੇ। ਪਾਤਸ਼ਾਹ ਦੱਸਦੇ ਨਾ, ਜਗ ਰਚਨਾ ਕੈਸੀ ਹੈ? ਸੁਪਨੇ ਜੈਸਾ। ਜਗ ਜੀਵਨ ਕੈਸਾ? ਸੁਪਨੇ ਜੈਸਾ। ਜਗ ਰਚਨਾ ਸਾਰੀ ਜਿਹੜੀ ਹੈ ਇਹ ਸੁਪਨੇ ਦੀ ਨਿਆਈ ਹੈ। ਤੇ ਅਸੀਂ ਕਵਾਂਗੇ ਅਸੀਂ ਤੇ ਦੇਖ ਰਹੇ ਹਾਂ, ਅਸੀਂ ਤੇ ਸੁਣ ਰਹੇ ਹਾਂ, ਅਸੀਂ ਤੇ ਬੋਲਦੇ ਹਾਂ, ਅਸੀਂ ਤੇ ਛੂੰਹਦੇ ਹਾਂ। ਇਹੀ ਤੇ ਇੱਕ ਰਹੱਸ ਜਿਹਦਾ ਹੋਰ ਅੱਗੇ ਜਾ ਕੇ ਖੁਲਾਸਾ ਕੀਤਾ ਜਾਣਾ ਹੈ। ਪਾਤਸ਼ਾਹ ਕਹਿਣ ਲੱਗੇ, ਜਿਸ ਤਰ੍ਹਾਂ ਦੀ ਕੋਈ ਵਿਚਾਰ, ਜਿਹੋ ਜਿਹੇ ਖਿਆਲਾਤਾਂ ਦਾ ਦ੍ਰਿੜ ਨਿਸ਼ਚਾ ਮਨੁੱਖ ਦੇ ਹਿਰਦੇ 'ਚ ਹੋ ਜਾਂਦਾ ਹੈ, ਫਿਰ ਉਹ ਜਏ ਜਾਂ ਦੇ ਸੰਸਕਾਰਾਂ ਦੇ ਨਾਲ ਟਿਕੇ ਹੋਏ ਖਿਆਲ ਉਹਦੇ ਸੁਪਨੇ 'ਚ ਆਉਣ ਲੱਗ ਪੈਂਦੇ। ਉਹ ਸੁਪਨਾ ਬਣਦਾ ਹੈ ਉਹਦਾ। ਹਾਂਜੀ। ਭੈ ਕੋ ਪਾਏ ਉੱਠੇ ਬਰੜਾਏ। ਹੁਣ ਸਮਝਾਉਂਦੇ ਨੇ ਸੁਪਨਾ, ਕਿਉਂਕਿ ਸੁਪਨੇ ਵਿੱਚ ਸਭ ਸੱਚ ਹੁੰਦਾ ਹੈ। ਅਸੀਂ ਤੁਸੀਂ ਸਾਰੇ ਸੁਪਨੇ ਦੇਖਦੇ ਹਾਂ, ਤੇ ਜਦੋਂ ਅਸੀਂ ਸੁਪਨਾ ਦੇਖਦੇ ਹਾਂ ਉਦੋਂ ਉਹ ਸੱਚ ਹੁੰਦਾ ਹੈ, ਤੇ ਜਦੋਂ ਅੱਖ ਖੁੱਲਦੀ ਹੈ ਤੇ ਫਿਰ ਉਹ ਝੂਠ ਹੁੰਦਾ ਹੈ। ਹੁਣ ਸਮਝਾਉਂਦੇ ਨੇ, ਸੁਪਨੇ ਦੇ ਵਿੱਚ ਕੋਈ ਭੈਭੀਤ ਹੋ ਗਿਆ, ਤੇ ਜੋ ਸੁਪਨੇ ਵਿੱਚ ਅਸੀਂ ਦੇਖਿਆ ਸਾਰਿਆਂ ਨੇ, ਕਿਸੇ ਕਾਰਨ, ਕਿਸੇ ਵਜ੍ਹਾ ਕਰਕੇ ਸੁਪਨੇ ਦੇ ਵਿੱਚ ਮਨੁੱਖ ਡਰ ਜਾਏ। ਸੁਪਨੇ ਵਿੱਚ ਡਰਦਾ ਹੋਇਆ ਮਨੁੱਖ ਮੰਜੇ ਤੇ ਪਿਆ ਹੋਇਆ ਡਰੀ ਜਾਂਦਾ ਹੈ, ਮੰਜੇ ਤੇ ਪਿਆ ਹੋਇਆ ਕੰਬੀ ਜਾਂਦਾ ਹੈ। ਹੁਣ ਵੇਖ ਤੇ ਸੁਪਨਾ ਰਿਹਾ, ਪਰ ਡਰ ਸੁਪਨੇ ਦੇ ਵਿੱਚ ਰਿਹਾ। ਪਰ ਉਹਦੇ ਵਾਸਤੇ ਜੋ ਸੁਪਨੇ ਨੂੰ ਦੇਖਦਾ ਹੈ, ਉਹਦੇ ਵਾਸਤੇ ਉਹ ਡਰ ਉਸ ਵਕਤ ਸੱਚ ਹੁੰਦਾ ਹੈ। ਜਿਵੇਂ ਸੁਪਨੇ ਦੇ ਵਿੱਚ ਕੋਈ ਡਰ ਜਾਂਦਾ ਹੈ, ਤੇ ਯਥਾਰਥ ਵਿੱਚ ਵੀ ਉਹਦੇ ਸਰੀਰ ਦੀ ਹਰਕਤ ਵਿੱਚੋਂ ਡਰ ਪ੍ਰਗਟ ਹੁੰਦਾ ਹੈ। ਹਾਂਜੀ। ਤ੍ਰੇ ਸੰਗਮ ਤੇਰੇ ਤੁਮ ਉਚਾਏ। ਇਸੇ ਤਰ੍ਹਾਂ ਸੁਪਨੇ ਵਿੱਚ ਅਗਰ ਕੋਈ ਵਿਕਾਰ ਕਰਦਾ ਹੈ, ਗਲਤ ਹਰਕਤ ਕਰਦਾ ਹੈ, ਤੇ ਉਸ ਦਾ ਪ੍ਰਭਾਵ ਵੀ ਸਰੀਰ ਤੇ ਪ੍ਰਗਟ ਹੁੰਦਾ ਹੈ। ਕਿਉਂਕਿ ਸੁਪਨੇ ਵਿੱਚ ਕੀਤੇ ਹੋਏ ਚੰਗੇ ਅਤੇ ਮੰਦੇ ਜਿਤਨੇ ਵੀ ਕਿਰਿਆਤਮਕ ਪੱਖ ਹੁੰਦੇ ਨੇ, ਬੇਸ਼ੱਕ ਵੇਖਣ ਨੂੰ ਸਾਡਾ ਸਰੀਰ ਸਥਿਰ ਪਿਆ ਹੁੰਦਾ ਹੈ, ਪਰ ਅੰਦਰੋਂ ਸਾਡਾ ਸਰੀਰ ਜੋ ਚੇਤਨ ਪੱਖ ਹੁੰਦਾ ਹੈ ਉਹ ਸਾਰਾ ਕਿਰਿਆਤਮਕ ਹੁੰਦਾ ਹੈ। ਬਸ ਉਦੋਂ ਸਰੀਰ ਦਾ ਆ ਸਥੂਲ ਪੰਜ ਭੂਤਕ ਪੱਖ ਇਹ ਸ਼ਾਂਤ ਹੁੰਦਾ ਹੈ। ਅੰਦਰਲਾ ਪੱਖ ਜਿਹੜਾ ਸਾਰਾ ਸੂਖਸ਼ਮ ਸਰੀਰ ਹੈ ਉਹ ਸਾਰਾ ਕਿਰਿਆਤਮਕ ਹੁੰਦਾ ਹੈ। ਤੇ ਸਾਰੀਆਂ ਕਿਰਿਆਵਾਂ ਅੱਜ ਵੀ ਅਸੀਂ ਮਨੋਵਿਗਿਆਨ 'ਚ ਪੜ੍ਹਦੇ ਆ, ਉਹ ਸੂਖਸ਼ਮ ਦੇ ਸਦਕੇ ਹੀ ਹੁੰਦੀਆਂ ਨੇ। ਅੱਜ ਜਿਨ੍ਹਾਂ ਨੇ ਮਨੋਵਿਗਿਆਨ, ਸਾਈਕੋਲੋਜੀ ਨੂੰ ਪੜ੍ਹਿਆ ਜਾਣਦੇ ਨੇ, ਸਾਰੀਆਂ ਕਿਰਿਆਵਾਂ ਸਾਡੇ ਸੂਖਸ਼ਮ ਦੇ ਸਦਕੇ ਹੁੰਦੀਆਂ ਨੇ। ਜੇ ਸੂਖਸ਼ਮ ਕਿਰਿਆਵਾਂ ਨਾ ਕਰੇ ਤੇ ਸਰੀਰ ਤੇ ਪੰਜ ਭੂਤਕ, ਮਿੱਟੀ ਆਦਿਕ ਧਾਤੂਆਂ ਹੀ ਨਹੀਂ ਨਾ। ਸੁਪਨੇ ਦੇ ਵਿੱਚ ਕੀ ਹੈ? ਉਹ ਸੂਖਸ਼ਮ ਕਿਰਿਆਵੰਤ ਹੈ, ਉਹ ਕਿਰਿਆ ਕਰਦਾ ਹੈ, ਉਹਦਾ ਅਸਰ ਇਸ ਸਰੀਰ ਤੇ ਪ੍ਰਗਟ ਹੁੰਦਾ ਹੈ। ਭੈ ਦਾ, ਖੁਸ਼ੀ ਦਾ, ਅੱਛਾਈ ਦਾ, ਬੁਰਾਈ ਦਾ, ਸਭ ਸੁਪਨੇ ਦਾ ਕੀਤਾ ਹੋਇਆ ਕਰਤੱਵ ਸਾਡੇ ਸਰੀਰ ਤੋਂ ਪ੍ਰਗਟ ਹੋਣ ਲੱਗ ਪੈਂਦਾ ਹੈ। ਹਸੇ ਕਹੂੰ ਕਬ ਰੁਦ ਨ ਪੁਕਾਰੇ। ਕਈ ਵਾਰ ਅਸੀਂ ਵੀ ਦੇਖਿਆ
ਆਪਣੇ ਵੀ ਵਸੇ ਸਾਡੇ ਸਭ ਦੇ ਤਕਰੀਬਨ ਇਹੋ ਜਿਹੇ ਅਨੁਭਵ ਹੋਣਗੇ ਨੇ ਤੇ ਆਪਣੇ ਪਰਿਵਾਰ 'ਚ ਬੱਚਿਆਂ ਦੇ ਅਨੁਭਵ ਦੇਖੀਦੇ ਨੇ। ਕਈ ਵਾਰ ਬੱਚੇ ਜਾਂ ਕੋਈ ਵੀ ਚੀਜ਼ ਸੁਪਨੇ ਵਿੱਚ ਹੱਸਿਆ ਹੈ ਤੇ ਸੁੱਤਾ ਪਿਆ ਹੱਸ ਰਿਹਾ ਹੁੰਦਾ ਹੈ, ਤੇ ਕਈ ਵਾਰ ਸੁਪਨੇ ਵਿੱਚ ਰੋ ਰਿਹਾ ਹੈ ਤੇ ਸੁੱਤਾ ਪਿਆ ਵੀ ਰੋ ਰਿਹਾ ਹੁੰਦਾ ਹੈ। ਉਹਦੇ ਹੰਝੂ ਵੀ ਵਗ ਰਹੇ ਹੁੰਦੇ ਨੇ, ਚਿਹਰੇ ਦੀ ਬਣਤਰ ਵੀ ਰੁਆਸੀ ਹੋਈ ਹੁੰਦੀ ਹੈ। ਕਈ ਵਾਰ ਤੇ ਮੁੱਖੋਂ ਆਵਾਜ਼ਾਂ ਵੀ ਹੱਸੀ ਦੀਆਂ, ਖੁਸ਼ੀ ਦੀਆਂ, ਗਮੇ ਦੀਆਂ, ਭੈ ਭਈ ਦੀਆਂ, ਬਰੜਾਉਣਾ ਜਿਹਨੂੰ ਪੰਜਾਬੀ 'ਚ ਆਪਾਂ ਕਹਿੰਦੇ ਆ, ਉਹ ਬਰੜਾਉਣ ਲੱਗ ਪੈਂਦਾ। ਔਰ ਇੱਕ ਬਹੁਤ ਗਹਿਰਾ ਮਨੋਵਿਗਿਆਨ ਹੈ, ਬੰਦਗੀ ਵਾਲੇ ਵੀ ਮੰਨਦੇ ਨੇ ਜਿਸ ਤਰ੍ਹਾਂ ਇਹ ਸੁਪਨੇ ਦੇ ਵਿੱਚ ਸੰਸਾਰ ਦੀਆਂ ਚੰਗੀਆਂ ਤੇ ਮੰਦੀਆਂ ਹਰਕਤਾਂ ਹੋ ਰਹੀਆਂ ਨੇ, ਕਿਤੇ ਪਾਤਸ਼ਾਹ ਸੁਪਨੇ ਵਿੱਚ ਬੰਦਗੀ ਵੀ ਹੋ ਜਾਏ। ਕਬੀਰ ਸੁਪਨੇ ਹੂੰ ਬਰੜਾਏ ਕੈ ਜਿਹ ਮੁਖ ਨਿਕਸੈ ਰਾਮ। ਇਹ ਮਾਨਸਿਕ ਦਸ਼ਾਵਾਂ ਨੇ, ਸਾਡੇ ਸਭ ਦੀਆਂ ਮਾਨਸਿਕ ਹਾਲਤਾਂ ਨੇ ਕਿ ਸੁਪਨੇ ਦੇ ਵਿੱਚ ਬੁਰੇ ਕਰਤੱਵ, ਸੁਪਨੇ ਵਿੱਚ ਚੰਗੇ ਕਰਤੱਵ, ਸੁਪਨੇ ਵਿੱਚ ਪੁੰਨ ਤੇ ਪਾਪ, ਅੱਛਾਈ ਤੇ ਬੁਰਾਈਆਂ, ਪਰ ਸੁਪਨੇ ਵਿੱਚ ਬੰਦਗੀ ਵੀ ਤੇ ਹੋ ਸਕਦੀ ਹੈ, ਸੁਪਨੇ ਵਿੱਚ ਸੰਗਤ ਵੀ ਤੇ ਹੋ ਸਕਦੀ ਹੈ ਔਰ ਹੁੰਦੀ ਹੈ। ਮਹਾਰਾਜ ਕਹਿੰਦੇ ਨੇ ਸੁਪਨੇ ਵਿੱਚ ਮਿਲਦੇ ਨੇ, ਸੁਪਨੇ ਉੱਭੀ ਭਈ ਗਹਿਓ ਕਿ ਨਾ ਅੰਚਲਾ। ਸੁਪਨੇ ਵਿੱਚ ਤੁਹਾਡੇ ਦਰਸ਼ਨ ਹੋਏ, ਉੱਠੇ ਗਲਵਕੜੀ ਪਾਉਣ ਲਈ, ਪਰ ਸੁਪਨਾ ਸੀ ਨਾ। ਸੁਪਨੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਕਿ ਸੁਪਨੇ ਵਿੱਚ ਤੁਸੀਂ ਮਿਲੇ ਸੀ, ਪਰ ਚਾਤ੍ਰਿਕ ਦੀ ਆਵਾਜ਼ ਨੇ ਮੇਰਾ ਸੁਪਨਾ ਤੋੜ ਦਿੱਤਾ। ਅੱਜ ਕਹਿਣਗੇ ਸੁਪਨੇ ਦੀ ਕਿਰਿਆਵਾਂ ਇਹ ਜੋਗੀ, ਜੇ ਸੁਪਨੇ ਦੀ ਕਿਰਿਆ ਹੁੰਦੀ ਹੈ ਨਾ, ਇਸੇ ਤਰ੍ਹਾਂ ਆ ਜਗਤ ਦੀ ਕਿਰਿਆ ਅਸੀਂ ਦੇਖ ਰਹੇ ਹਾਂ। ਸੁਪਨੇ ਵਿੱਚ ਹੱਸਿਆ, ਬੋਲਿਆ, ਰੋਇਆ, ਸਭ ਸੱਚ ਹੁੰਦਾ ਹੈ ਨਾ। ਹਾਂਜੀ, ਕਬਹੂ ਬਿਖਾਦ ਅਧ ਕਿਉਰ ਧਾਰੈ। ਕਈ ਵਾਰ ਸੁਪਨਿਆਂ ਦੇ ਵਿੱਚ ਹੀ ਮਨੁੱਖ ਬੜਾ ਦੁਖੀ ਹੋ ਜਾਂਦਾ ਹੈ, ਭੈਭੀਤ ਹੋ ਜਾਂਦਾ ਹੈ, ਤੇ ਉਸ ਗਮ ਦਾ ਪ੍ਰਭਾਵ ਵੀ ਜਾਗਣ ਤੱਕ ਨਿਰਭਰ ਰਹਿੰਦਾ ਹੈ। ਹਾਂਜੀ, ਜੋ ਸੁਪਨੇ ਮਹਿ ਜਾਣੇ ਸਾਚੇ। ਤੇ ਜੇ ਕਿਤੇ ਇਹ ਜਾਣ ਲਵੇ ਕਿ ਮੈਂ ਸੁਪਨਾ ਦੇਖਦਾ ਤੇ ਫਿਰ ਕੀ ਸੁਪਨਾ ਦੇਖ ਪਾਏਗਾ? ਇਹ ਮਨੋਵਿਗਿਆਨ ਤੇ ਗਿਆਨ ਦੀ ਸੰਗਮ ਹੈ। ਪਤਾ ਹੈ ਕਿ ਸੁਪਨਾ ਝੂਠ ਹੈ, ਸਾਨੂੰ ਸਭ ਨੂੰ ਪਤਾ ਹੈ ਕਿ ਸੁਪਨਾ ਦੇਖਿਆ ਸੀ ਰਾਤੀ ਉਹ ਝੂਠ ਹੈ, ਪਰ ਕੀ ਜੇ ਸੁਪਨਾ ਦੇਖ ਰਹੇ ਹੋਈਏ, ਇੱਕ ਪਾਸੇ ਸੁਪਨਾ ਚੱਲ ਰਿਹਾ ਹੈ, ਤੇ ਕੀ ਚੇਤਨਾ 'ਚ ਇਹ ਕਦੇ ਕਿਸੇ ਦੇ ਗਿਆਨ ਆਇਆ ਕਿ ਮੈਂ ਸੁਪਨਾ ਦੇਖ ਰਿਹਾ? ਤੇ ਜਵਾਬ ਨਹੀਂ ਹੈ। ਕੋਈ ਵੀ ਐਸਾ ਨਹੀਂ ਹੈ ਜੋ ਸੁਪਨੇ ਨੂੰ ਦੇਖੇ ਵੀ ਤੇ ਸੁਪਨਾ ਦੇਖਦਿਆਂ ਦੇਖਦਿਆਂ ਇਹ ਵੀ ਚੇਤਨਾ 'ਚ ਗਿਆਨ ਰੱਖੇ ਕਿ ਇਹ ਤੇ ਸੁਪਨਾ ਹੈ। ਪਰ ਨਹੀਂ, ਕਿਉਂਕਿ ਉਦੋਂ ਸਾਡਾ ਜੋ ਮਾਨਸਿਕ ਸਾਈਕਲ ਹੈ ਇੱਕ ਪੁਆਇੰਟ ਤੇ ਸਥਿਰ ਹੁੰਦਾ ਹੈ, ਉਦੋਂ ਉਹ ਸੱਚ ਹੁੰਦਾ ਹੈ, ਉਦੋਂ ਉਹ ਦੁਨੀਆ ਹੁੰਦੀ ਸਾਡੀ, ਸਾਡੀ ਆਹ ਦੁਨੀਆ ਉਦੋਂ ਨਹੀਂ ਹੁੰਦੀ। ਦਰਅਸਲ ਇਹਨੂੰ ਸਮਝੀਏ, ਜਦੋਂ ਅਸੀਂ ਸੁਪਨੇ ਦੀ ਦੁਨੀਆ 'ਚ ਸਾਈਕਲ 'ਚ ਬਦਲ ਜਾਂਦੇ ਆ, ਉਦੋਂ ਸਾਡੀ ਆਹ ਸਥੂਲ ਦੁਨੀਆ ਨਹੀਂ ਹੁੰਦੀ, ਤੇ ਜਦੋਂ ਅਸੀਂ ਸੁਪਨੇ ਦੀ ਦੁਨੀਆ ਤੋਂ ਵਾਪਸ ਆ ਜਾਂਦੇ ਆ, ਉਦੋਂ ਉਹ ਦੁਨੀਆ ਨਹੀਂ ਹੁੰਦੀ। ਮਜ਼ੇ ਦੀ ਗੱਲ ਇਹ ਹੈ ਕਿ ਉਸ ਦੁਨੀਆ ਦੇ ਵਿੱਚ ਰਹਿੰਦਿਆਂ ਸਾਨੂੰ ਇਸ ਦੁਨੀਆ ਦਾ ਗਿਆਨ ਵੀ ਨਹੀਂ ਹੁੰਦਾ। ਕਿਤੇ ਕਿਤੇ ਕੁਝ ਹਾਲਾਤਾਂ ਦੇ ਵਿੱਚ ਉਸ ਸੁਪਨੇ ਦੇ ਵਿੱਚ ਰਹਿੰਦਿਆਂ ਸਾਨੂੰ ਇਸ ਦੁਨੀਆ ਦਾ ਥੋੜਾ ਬਹੁਤਾ ਗਿਆਨ ਕਦੇ ਕਦੇ ਹੁੰਦਾ ਹੈ। ਜਿਸ ਤਰ੍ਹਾਂ ਇੱਕ ਦਰਸ਼ਨ ਅਸੀਂ ਗੁਰਬਾਣੀ 'ਚ ਪੜ੍ਹਿਆ ਹੈ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਤ ਵਿਛਰਤ ਦੁਖ ਪਾਇਆ, ਸੋ ਗਤ ਭਈ ਹਮਾਰੀ। ਵੀ ਸੁਪਨਾ ਆਇਆ, ਬੈਠਾ ਸੀ ਸਿੰਘਾਸਨ ਤੇ, ਹੈਗਾ ਰਾਜਾ। ਅਸੀਂ ਪਾਵਨ ਬਾਣੀ ਪੜ੍ਹਦੇ ਨੇ, ਭਗਤ ਰਵਿਦਾਸ ਦਾ ਸ਼ਬਦ, ਰਾਜਾ ਸਿੰਘਾਸਨ ਤੇ ਬੈਠਾ, ਆਰਾਮ ਦੇ ਵਿੱਚ ਬੈਠਾ ਹੋਇਆ, ਬੈਠੇ ਬੈਠੇ ਦੀ ਅੱਖ ਲੱਗ ਗਈ, ਸੁਪਨਾ ਦੇਖਣਾ ਸ਼ੁਰੂ ਹੋ ਗਿਆ। ਸੁਪਨੇ ਵਿੱਚ ਦੇਖਦਾ ਹੈ ਫਟੇ ਹਾਲ ਹੈ, ਗਰੀਬ ਆ, ਭਿਖਾਰੀਆਂ, ਮੰਗਤਾ ਬਣ ਗਿਆ, ਪਰ ਗਿਆਨ ਨਾਲ ਚੱਲ ਰਿਹਾ, ਤੂੰ ਤੇ ਰਾਜਾ ਹੈ। ਬਸ ਉਹਦੇ ਨਾਲ ਗਿਆਨ ਚੱਲ ਰਿਹਾ, ਤੂੰ ਤੇ ਰਾਜਾ ਹੈ, ਭਿਖਾਰੀ ਕਿਵੇਂ ਹੋ ਗਿਆ? ਬਸ ਉਹਨੂੰ ਸਮਝ ਨਹੀਂ ਆ ਰਹੀ ਕਿ ਮੈਂ ਰਾਜੇ ਤੋਂ ਭਿਖਾਰੀ ਕਿਵੇਂ ਹੋ ਗਿਆ। ਸੁਪਨੇ ਵਿੱਚ ਦੁਖੀ ਹੋ ਜਾਂਦਾ ਹੈ, ਆਪਣੀ ਹਾਲਾਤ ਨੂੰ ਦੇਖਦਾ ਹੈ, ਮੇਰੀ ਹਾਲਾਤ ਤੇ ਭਿਖਾਰੀ ਵਾਲੀ, ਪਰ ਮੈਂ ਤੇ ਰਾਜਾ ਹਾਂ। ਉਹ ਹੁਣ ਇੱਕ ਸਾਈਕਲ ਦਿਖਾਇਆ ਹੈ, ਇੱਕ ਦਰਸ਼ਨ ਕਰਾਇਆ। ਇਸੇ ਤਰ੍ਹਾਂ ਸਾਡੇ ਚੋਂ ਕੁਝ ਅਨੁਭਵੀ ਹੁੰਦੇ ਨੇ ਜੋ ਜੀਵਨ ਵਿੱਚ ਵਿਚਰਦੇ ਨੇ, ਪਰ ਗਿਆਨ ਵਿੱਚ ਹੈ ਮੈਂ ਤੇ ਰਾਜੇ ਦਾ ਪੁੱਤਰ ਹਾਂ, ਮੈਂ ਤੇ ਕਰਤਾ ਪੁਰਖ ਦੀ ਅੰਸ਼ ਹਾਂ। ਭਗਤ ਨੂੰ ਇਹ ਅੰਸ਼ਾਤਮਕ ਯਾਦ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਭਗਤ ਬੈਰਾਗ 'ਚ ਕਿਉਂ ਆਉਂਦਾ ਹੈ? ਦੇਖਦਾ ਬਾਹਰ ਦੀ ਹਾਲਾਤ, ਸੰਸਾਰ ਦੀ ਹਾਲਾਤ, ਪਰ ਉਹਨੂੰ ਪਤਾ ਹੁੰਦਾ ਹੈ, ਉਹਦੇ ਗਿਆਨ ਵਿੱਚ ਤਰੰਗ ਹੁੰਦੀ ਹੈ, ਮੈਂ ਤੇ ਨਿਰੰਕਾਰ ਕੀ ਜੋਤ ਹਾਂ, ਮੈਂ ਤੇ ਨਿਰੰਕਾਰ ਕਾ ਹਾਂ। ਬਸ ਇਹੀ ਭਗਤ ਨੂੰ ਬੈਰਾਗ ਹੁੰਦਾ ਹੈ।
ਜਿਹਨੂੰ ਸਤਿਗੁਰੂ ਸਾਨੂੰ ਚੇਤੇ ਕਰਾਉਂਦੇ ਨੇ, ਜਿਹਨੂੰ ਆਪਾਂ ਸਿਮਰਨ ਕਰਨਾ ਹੈ ਕਰਤੇ ਦਾ, ਮੈਂ ਤੇ ਉਹਦਾ ਅੰਸ਼ ਹਾਂ। ਬੜੇ ਪਿਆਰ ਨਾਲ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਸੁਪਨਾ ਦੇਖਦੇ ਹੋ ਤੇ ਸੁਪਨੇ ਵਿੱਚ ਜਦੋਂ ਵਿਖਾਦ ਹੁੰਦਾ ਹੈ, ਦੁੱਖ ਹੁੰਦਾ ਹੈ, ਤੇ ਮਨੁੱਖ ਦੇ ਜੀਵਨ 'ਚ ਜਾਗਣ ਦੇ ਨਾਲ ਦੁੱਖ ਦਾ ਅਸਰ ਹੁੰਦਾ ਹੈ। ਹਾਂਜੀ, ਸੋਗ ਹਰਖ ਤੋ ਤੇ ਛਿਨ ਰਾਚੇ। ਉਸ ਛਿਨ ਵਿੱਚ ਜਦੋਂ ਸੁਪਨਾ ਦੇਖ ਰਿਹਾ ਹੁੰਦਾ ਹੈ, ਆਹ ਦੁਨੀਆ ਨਹੀਂ ਹੁੰਦੀ, ਉਦੋਂ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਸੁਪਨਾ ਦੇਖ ਰਿਹਾ। ਉਦੋਂ ਤੋਂ ਉਸੇ ਜੀਵਨ ਨੂੰ ਚੰਗਾ ਜਾਂ ਮੰਦਾ ਜੋ ਕੁਝ ਵੀ ਸੁਪਨਾ ਹੈ ਉਸ ਨੂੰ ਹੰਢਾ ਰਿਹਾ ਹੁੰਦਾ ਹੈ। ਜੇ ਜੋਗੀ ਉਦੋਂ ਜਾਣ ਲਵੇ ਕਿ ਉਹ ਮੈਂ ਸੁਪਨੇ ਦੇਖ ਰਿਹਾ, ਤੇ ਸੁਪਨੇ 'ਚ ਕਾਹਨੂੰ ਹੱਸੇ ਤੇ ਸੁਪਨੇ 'ਚ ਕਾਹਨੂੰ ਰੋਵੇ ਤੇ ਕਾਹਨੂੰ ਦੁਖੀ ਹੋਵੇ, ਕਿਉਂਕਿ ਪਤਾ ਹੈ ਸੁਪਨਾ, ਪਰ ਨਹੀਂ, ਉਦੋਂ ਨਹੀਂ ਪਤਾ ਹੁੰਦਾ। ਇਸੇ ਤਰ੍ਹਾਂ ਸਾਡੀ ਹਾਲਾਤ ਹੈ। ਹਾਂਜੀ, ਜੇ ਕਰ ਕੂਰ ਲਖੇ ਤਬੈ। ਤੇ ਜੇ ਵਾਕਿਆ ਹੀ ਫਿਰ ਦੁਬਾਰਾ ਕੇ ਸਮਝ ਆ ਜਾਏ ਕਿ ਉਹ ਕੂਰ ਹੈ, ਕੂਰ ਦਾ ਭਾਵ ਝੂਠ ਹੈ, ਕਿ ਉਹ ਸੁਪਨਾ ਦੇਖ ਰਿਹਾ, ਜੋ ਦੇਖ ਰਿਹਾ ਹਾਂ ਇਹ ਝੂਠ ਹੈ। ਜੇ ਸਮਝ ਆ ਜਾਏ, ਗਿਆਨ 'ਚ ਆ ਜਾਏ ਤਾਂ ਸੁਪਨ ਕਿਰਿਆ ਇਹ ਹੋਏ ਨਾ ਸਭੈ। ਫਿਰ ਸੁਪਨਾ ਨਹੀਂ ਹੋਵੇਗਾ। ਜੇ ਸਮਝ ਆ ਜਾਏ ਕਿ ਮੈਂ ਜੋ ਦੇਖ ਰਿਹਾ ਝੂਠ ਹੈ, ਫਿਰ ਸੁਪਨਾ ਨਹੀਂ ਹੋਵੇਗਾ। ਬਸ ਇਸੇ ਤਰ੍ਹਾਂ ਇਸ ਨੂੰ ਗਿਆਨ ਵਿੱਚ ਅੱਗੇ ਸਮਝਣਾ ਹੁੰਦਾ ਹੈ। ਹਾਂਜੀ, ਜਿਮ ਬਾਜੀਗਰ ਆਪਣੀ ਮਾਇਆ। ਹੁਣ ਸਮਝਾਉਂਦੇ ਨੇ ਕਿ ਸੁਪਨੇ ਵਿੱਚ ਜੋ ਗਿਆਨੀ ਕਹਿੰਦੇ ਨੇ, ਭਗਤ ਕਹਿੰਦੇ ਨੇ ਕਿ ਜਗ ਸੁਪਨੇ ਜੈਸਾ। ਕਿਵੇਂ ਕਿ ਦੇਖਣਾ ਹੈ ਪਰ ਸਮਝਣਾ ਵੀ ਇਹ ਹੈ ਕਿ ਇਹ ਨਹੀਂ ਹੈ, ਇਹ ਝੂਠ ਹੈ। ਔਰ ਇਹੀ ਸਾਡਾ ਤਤ ਗਿਆਨ ਹੁੰਦਾ ਹੈ, ਜਿਹਨੂੰ ਹੋਰ ਕਿਤੇ ਠਹਿਰੇ ਪਕੜ ਸਕੀਏ ਵੀ ਦੇਖ ਵੀ ਰਹੇ ਹਾਂ ਤੇ ਜਾਣ ਵੀ ਰਹੇ ਪਈ ਇਹ ਝੂਠ ਹੈ। ਪਰ ਸੁਪਨੇ ਵਿੱਚ ਤੇ ਨਹੀਂ ਹੋ ਸਕਦਾ। ਹੁਣ ਤੱਕ ਦ੍ਰਿਸ਼ਟਾਂਤ ਦਿੰਦੇ ਨੇ, ਅਸਾਂ ਪਿੰਡਾਂ 'ਚ ਵੇਖਿਆ, ਹੁਣ ਤੇ ਇੱਧਰ ਪਤਾ ਨਹੀਂ ਹੁੰਦੇ ਕਿ ਨਹੀਂ ਹੁੰਦੇ। ਪੁਰਾਣੇ ਪਿੰਡਾਂ ਦੇ ਵਿੱਚ ਬਾਜ਼ੀਗਰ ਹੁੰਦੇ ਸੀ, ਉਹ ਡਮਰੂ ਵਜਾਉਣਾ, ਉਹਨਾਂ ਨੇ ਆਵਾਜ਼ ਦੇ ਕੇ ਨਗਰ ਦੇ ਲੋਕਾਂ ਨੂੰ ਇਕੱਠਿਆਂ ਕਰ ਲੈਣਾ। ਹੁਣ ਉਸ ਬਾਜ਼ੀਗਰ ਨੇ ਜੋ ਖੇਲ ਦਿਖਾਣਾ ਹੁੰਦਾ ਹੈ, ਉਹਦਾ ਦ੍ਰਿਸ਼ਟਾਂਤ ਦਿੰਦੇ ਨੇ ਪਾਤਸ਼ਾਹ। ਹਾਂਜੀ, ਮਿਥਿਆ ਲਖ ਸੋਗ ਨਾ ਹਰਖਾਇਆ। ਹੁਣ ਬਾਜ਼ੀਗਰ ਇੱਕ ਬਾਜੀ ਪਾਉਂਦਾ ਹੈ, ਉਹਦੇ ਕੋਲ ਕਠਪੁਤਲੀਆਂ ਨੇ, ਉਹ ਕਠਪੁਤਲੀਆਂ ਦੇ ਰਾਹੀਂ ਕੁਝ ਹੈ ਕਿ ਕਠਪੁਤਲੀਆਂ ਲੱਕੜੀ ਦੇ ਟੁਕੜੇ, ਕੁਝ ਕੱਪੜੇ ਦੀਆਂ, ਕੁਝ ਟਾਕੀਆਂ, ਕੁਝ ਲੀਰਾਂ, ਕੁਝ ਟੁੱਟਾ ਭੱਜਾ ਸਾਮਾਨ ਉਹਦਾ ਇੰਨਾ ਕੀ ਹੁੰਦਾ ਹੈ। ਇੱਕ ਪੋਟਲੀ ਤੇ ਬੰਨੀ ਹੁੰਦੀ ਹੈ, ਪਰ ਉਹਨੂੰ ਪਤਾ ਹੁੰਦਾ ਹੈ ਵੀ ਇਹ ਸਭ ਮੇਰਾ ਝੂਠ ਹੈ। ਪਰ ਝੂਠ ਦੇ ਤਮਾਸ਼ੇ ਨੂੰ ਦਿਖਾਉਂਦਾ ਹੈ, ਪਰ ਆਪ ਉਸ ਤਮਾਸ਼ੇ ਦਾ ਹਿੱਸਾ ਨਹੀਂ ਬਣਦਾ। ਆਪ ਉਹਦੇ ਮੁਤਾਬਕ ਹੱਸਦਾ ਤੇ ਰੋਂਦਾ ਨਹੀਂ ਹੈ। ਦੇਖਣ ਵਾਲੇ ਤਮਾਸ਼ਾ ਦੇਖ ਕੇ ਹੱਸਦੇ ਵੀ ਨੇ ਤੇ ਤਮਾਸ਼ਾ ਦੇਖ ਕੇ ਰੋਂਦੇ ਵੀ ਨੇ, ਪਰ ਦਿਖਾਉਣ ਵਾਲੇ ਨੂੰ ਤਾਂ ਪਤਾ ਹੁੰਦਾ ਮੈਂ ਤੇ ਝੂਠ ਦਿਖਾ ਰਿਹਾ। ਹਾਂਜੀ, ਜਾ ਸੁਪਨਾ ਇਸ ਕੋ ਮਿਟ ਜਾਵੇ। ਇਸੇ ਤਰ੍ਹਾਂ ਜਿਵੇਂ ਬਾਜ਼ੀਗਰ ਦਾ ਤਮਾਸ਼ਾ ਦੇਖਣ ਵਾਲੇ ਹੱਸਦੇ ਤੇ ਰੋਂਦੇ ਨੇ, ਕਿਉਂਕਿ ਤਮਾਸ਼ੇ ਦਾ ਹਿੱਸਾ ਬਣ ਜਾਂਦੇ ਨੇ। ਇਸੇ ਤਰ੍ਹਾਂ ਜਦੋਂ ਕਿਸੇ ਸਾਡੇ ਤੁਹਾਡੇ ਜੀ ਚੋਂ ਸੁਪਨਾ ਉਹ ਟੁੱਟਦਾ ਹੈ ਤੇ ਸਿਰਫ ਯਾਦ ਰਹਿ ਜਾਂਦੀ ਹੈ, ਬਾਕੀ ਹੋਰ ਕੁਝ ਵੀ ਨਹੀਂ ਰਹਿੰਦਾ। ਗਿਆਨ ਦੇ ਸਦਕੇ, ਅਭਿਆਸ ਦੇ ਸਦਕੇ ਜਦੋਂ ਸਾਡੀ ਮੋਹ ਦੀ ਨੀਂਦ ਟੁੱਟ ਜਾਂਦੀ ਹੈ ਤੇ ਆ ਸਾਰਾ ਜਗਤ ਇੱਕ ਸੁਪਨੇ ਦੀ ਨਿਆਈ ਹੋ ਜਾਂਦਾ ਹੈ। ਸਮਝ ਹੁੰਦੀ ਹੈ, ਦੇਖ ਵੀ ਰਹੇ ਹਾਂ, ਇਹ 'ਚ ਹੰਡ ਵੀ ਰਹੇ ਹਾਂ, ਵਰਤ ਵੀ ਰਹੇ ਹਾਂ, ਵਰਤਾ ਵੀ ਰਹੇ ਹਾਂ, ਪਰ ਇਹ ਤੇ ਸੁਪਨੇ ਦੀ ਨਿਆਈ ਹੈ, ਝੂਠ ਹੈ। ਜਿਵੇਂ ਬਾਜ਼ੀਗਰ ਨੂੰ ਪਤਾ ਹੁੰਦਾ ਹੈ ਕਿ ਮੈਂ ਜੋ ਤਮਾਸ਼ਾ ਬਣਾਇਆ ਹੋਇਆ ਇਹ ਤੇ ਨਿਰੋਲ ਝੂਠ ਹੈ, ਪਰ ਚੂੰਕਿ ਝੂਠ ਵੀ ਹੈ ਪਰ ਕਰ ਕਰਕੇ ਦਿਖਾ ਰਿਹਾ ਹੈ, ਹਸਾ ਵੀ ਰਿਹਾ, ਰਵਾ ਵੀ ਰਿਹਾ, ਆਪਣੀ ਸ਼ਕਲੋ ਸੂਰਤ ਤੇ ਆਪਣੇ ਜੋ ਬੋਲ ਨੇ ਉਹਦੇ ਹਾਸੇ ਦੇ ਵੀ ਨੇ ਤੇ ਰੋਣ ਦੇ ਵੀ ਨੇ, ਕਿਉਂਕਿ ਤਮਾਸ਼ਾ ਹੈ ਨਾ, ਦਿਖਾਉਂਦਾ ਹੈ। ਕਹਿਣ ਲੱਗੇ ਵੀ ਜਿਸ ਨੂੰ ਚੇਤਨਾ ਜਾਗ ਜਾਂਦੀ ਉਹ ਤੋਂ ਮੁਕਤ ਹੋ ਜਾਂਦਾ। ਜਿਵੇਂ ਬਾਜ਼ੀਗਰ ਖੇਲ ਦੇ ਵਿੱਚ ਰਹਿੰਦਾ ਹੋਇਆ ਵੀ ਆਪਣੀ ਖੇਡ ਤੋਂ ਮੁਕਤ ਹੁੰਦਾ ਹੈ। ਹਾਂਜੀ, ਝੂਠੋ ਲਖ ਹੈ ਨਾ ਪੁਨ ਬਿਰਮਾਵੇ। ਉਹਨੂੰ ਝੂਠੋ ਲਖ ਹੈ, ਜਾਣਦਾ ਹੈ ਕਿ ਮੈਂ ਜੋ ਕਰ ਰਿਹਾ, ਜੋ ਹੋ ਰਿਹਾ ਝੂਠ ਹੈ, ਇਸ ਕਰਕੇ ਉਹਦੇ ਚ ਆਪਣੇ ਆਪ ਨੂੰ ਖਚਤ ਨਹੀਂ ਹੋਣ ਦਿੰਦਾ। ਵੇਖਿਓ ਕਿਹੜੀ ਸੁਪਨੇ ਮਾਹੀ। ਹੁਣ ਸਮਝਾਉਂਦੇ ਦੂਸਰਾ ਇੱਕ ਹੋਰ ਦ੍ਰਿਸ਼ਟਾਂਤ ਦੇਖ। ਸੁਪਨੇ ਦੇ ਵਿੱਚ ਕੋਈ ਸ਼ੇਰ ਦੇਖ ਲਿਆ, ਮੰਨ ਲਓ ਅਸਾਂ ਸੁਪਨੇ 'ਚ ਸ਼ੇਰ ਦੇਖ ਲਿਆ, ਸ਼ੇਰ ਦੇਖ ਕੇ ਤਰਾਸ ਉੱਠੇ, ਤੇ ਜੇ ਸ਼ੇਰ ਦਾ ਤਰਾਸ ਆਇਆ ਅੱਖ ਖੁੱਲ ਗਈ। ਜਾਗੇ ਤੇ ਭਾਗੈ ਕਿਤ ਨਾਹੀ। ਹੁਣ ਸ਼ੇਰ ਵੇਖਿਆ ਸੁਪਨੇ ਵਿੱਚ, ਅੱਖ ਖੁੱਲ ਗਈ, ਤੇ ਕੀ ਜਾਗ ਕੇ ਭੱਜਦੇ ਆ? ਤੇ ਜਵਾਬ ਹੈ ਨਹੀਂ। ਸੁਪਨੇ ਵਿੱਚ ਭੱਜਣ ਦੀ ਕੋਸ਼ਿਸ਼ ਕਰਦੇ ਆ, ਤੇ ਸਭ ਜਾਣਦੇ ਨੇ ਕਿ ਸੁਪਨੇ ਵਿੱਚ ਭੱਜਣ ਦੀ ਕੋਸ਼ਿਸ਼ ਹੁੰਦੀ ਹੈ, ਭੱਜਿਆ ਨਹੀਂ ਜਾਂਦਾ। ਉਹ ਸੀ ਜਿਹਨੂੰ ਕਹਿੰਦੇ ਦਾਬਾ ਪੈ ਗਿਆ, ਭਾਰ ਪੈ ਗਿਆ। ਸੁਪਨੇ ਵਿੱਚ ਭੱਜਣ ਦੀ ਕੋਸ਼ਿਸ਼ ਹੁੰਦੀ ਹੈ,
ਭੱਜਿਆ ਨਹੀਂ ਜਾਂਦਾ, ਤੇ ਜੇ ਭੱਜਦਾ ਹੈ ਤੇ ਕਿਤੇ ਪਹੁੰਚਿਆ ਨਹੀਂ ਜਾਂਦਾ, ਤੇ ਜੇ ਅੱਖ ਖੁੱਲ ਜਾਏ ਤੇ ਫਿਰ ਭੱਜਦਾ ਹੀ ਨਹੀਂ ਹੈ। ਫਿਰ ਤੇ ਕੀ ਕਹਿੰਦਾ, ਬੜਾ ਡਰਾਉਣਾ ਸੁਪਨਾ ਦੇਖਿਆ, ਸਾਹ ਤੇ ਚੜਿਆ ਹੁੰਦਾ ਹੈ। ਕਈ ਵਾਰ ਦੇਖਿਆ ਮਨੋਵਿਗਿਆਨ ਪੜ੍ਹਦਿਆਂ ਜੈਸੇ ਕਿਸੇ ਤਜਰਬੇ ਵੀ ਦੇਖੇ ਨੇ, ਇਹੋ ਜਿਹੇ ਡਰਾਵਣਾ ਸੁਪਨਾ ਦੇਖਿਆ ਹੋਵੇ, ਵਿਅਕਤੀ ਦੀ ਧੜਕਣ ਵਧੀ ਹੁੰਦੀ ਹੈ, ਸਾਹ ਸਾਹ ਹੋਇਆ ਹੁੰਦਾ ਹੈ, ਮੁੜਕਾ ਆਇਆ ਹੁੰਦਾ ਹੈ। ਕਈ ਵਾਰ ਡਰ ਦੇ ਹੋਰ ਵੀ ਸੰਕੇਤ ਉਹਦੇ ਸਰੀਰ ਤੋਂ ਪ੍ਰਗਟ ਹੋ ਰਹੇ ਹੁੰਦੇ ਨੇ। ਉੱਠ ਕੇ ਬਹਿ ਜਾਂਦਾ ਹੈ, ਘੁੱਟ ਪਾਣੀ ਪੀਂਦਾ ਹੈ, ਲਾਈਟ ਜਗਾ ਕੇ ਦੇਖਦਾ ਨਹੀਂ, ਮੰਜੇ ਤੇ ਬੈਠੇ, ਕੁਛ ਵੀ ਤੇ ਨਹੀਂ, ਕਿ ਸੁਪਨਾ ਹੀ ਸੀਗਾ। ਹੁਣ ਮਹਾਰਾਜ ਕਹਿਣ ਲੱਗੇ, ਜੇ ਸੁਪਨੇ ਦੇ ਵਿੱਚ ਸ਼ੇਰ ਦੇਖਿਆ ਤੇ ਦੱਸੀ ਜਰਾ ਕੀ ਜਾਗ ਕੇ ਭੱਜਦੇ ਹੋ? ਤੇ ਜਵਾਬ ਹੈ ਨਹੀਂ, ਭੱਜਦੇ ਨਹੀਂ, ਕਿਉਂਕਿ ਕਹਿੰਦੇ ਆ ਉਹ ਸੁਪਨਾ ਹੀ ਸੀ ਯਾਰ, ਡਰ ਹੀ ਗਿਆ ਵੇ। ਹਾਂਜੀ, ਸੁਪਨ ਸਮਗਰੀ ਸਗਲੀ ਲੱਖ ਲੱਖੇਮ। ਇਸੇ ਤਰ੍ਹਾਂ ਜੋ ਸੁਪਨੇ ਦੀ ਸਾਰੀ ਸਮੱਗਰੀ ਹੈ ਪਰ ਨਹੀਂ ਹੈ, ਇਹ ਫਿਲਾਸਫਿਕਲ ਸ਼ਬਦਾਵਲੀ ਹੈ। ਸੁਪਨੇ ਦੀ ਸਮੱਗਰੀ ਹੈ ਪਰ ਕਿੰਨਾ ਚਿਰ? ਜਿਤਨਾ ਚਿਰ ਸਾਡੀ ਚੇਤਨਾ ਸੁਪਨੇ ਵਿੱਚ ਹੈ, ਜਿਤਨਾ ਚਿਰ ਅਸੀਂ ਸੁਪਨੇ ਦੇ ਵਿੱਚ ਹਾਂ, ਉਹਨਾਂ ਚਿਰ ਸੱਚ ਹੈ। ਤੇ ਜਦੋਂ ਅਸੀਂ ਉਸ ਦਾਇਰੇ ਤੋਂ ਬਾਹਰ ਆ ਗਏ, ਸੁਪਨਾ ਝੂਠ ਹੈ। ਇਸੇ ਤਰ੍ਹਾਂ ਜਿੰਨਾ ਚਿਰ ਦ੍ਰਿਸ਼ਟਮਾਨ ਪਸਾਰੇ ਦੇ ਵਿੱਚ ਅਸੀਂ ਹਾਂ, ਉਹਨਾਂ ਚਿਰ ਇਹ ਸੱਚ ਹੈ, ਤੇ ਜਦੋਂ ਇਹ ਤੋਂ ਬਾਹਰ ਚਲੇ ਗਏ ਉਹਦੇ ਝੂਠ ਹੈ। ਸ਼ਾਇਦ ਯਾਦ ਹੁੰਦਾ ਹੋਵੇ, ਕਿਉਂਕਿ ਅਸੀਂ ਸੁਪਨੇ ਤੋਂ ਬਾਹਰ ਕਦੇ ਗਏ ਨਹੀਂ, ਸੁਪਨਿਆਂ ਤੋਂ ਬਾਹਰ ਤੇ ਆਏ ਹਾਂ, ਸੁਪਨੇ ਤੇ ਯਾਦ ਨੇ, ਇਸ ਪਸਾਰੇ ਤੋਂ ਬਾਹਰ ਆਪਾਂ ਕਦੇ ਗਏ ਨਹੀਂ। ਇਸ ਕਰਕੇ ਸਾਨੂੰ ਕੋਈ ਤਜਰਬਾ ਨਹੀਂ। ਅਭਿਆਸੀ ਆਪਣੇ ਬਸਤ ਦੇ ਨਾਲ, ਜਪ ਦੇ ਅਭਿਆਸ ਬਲ ਦੇ ਨਾਲ ਇਸ ਪਸਾਰੇ ਤੋਂ ਬਾਹਰ ਹੁੰਦੇ ਨੇ। ਤਾਦੀ ਤੋਂ ਦੱਸਦੇ ਨੇ ਕਿ ਸੁਪਨੇ ਦੀ ਨਿਆਈ ਹੁੰਦਾ ਭਾਈ। ਹਰਖ ਸ਼ੋਕ ਕੋ ਕਰਹਿ ਨਾ ਔਰ ਕਿਮ। ਤੇ ਇਸੇ ਤਰ੍ਹਾਂ ਜਿਵੇਂ ਕਿ ਸੁਪਨੇ ਵਿੱਚ ਵੇਖੇ ਸ਼ੇਰ ਤੋਂ ਡਰੀਦਾ ਨੇ, ਗਿਆਨੀ ਵੀ ਇਸੇ ਤਰ੍ਹਾਂ ਹਰਖ ਅਤੇ ਸ਼ੋਕ ਤੋਂ ਬਚੇ ਰਹਿੰਦੇ ਹਨ। ਤਿਸੀ ਰੀਤ ਜਾਵਦ ਅਗਿਆਨ। ਇਸੋਂ ਤੱਕ, ਜਦੋਂ ਤੱਕ ਜਾਵਦ ਕਹਿੰਦੇ ਜਦੋਂ ਤੱਕ ਮਨੁੱਖ ਤੇ ਅਗਿਆਨ ਰਹਿੰਦਾ ਹੈ, ਇਹਨੂੰ ਅਗਿਆਨ ਨੂੰ ਅਸੀਂ ਅਗਿਆਨਤਾ ਦੀ ਮੋਹ ਦੀ ਨੀਂਦ ਵੀ ਕਹਿੰਦੇ ਹਾਂ। ਜਿਵੇਂ ਜਦੋਂ ਤੱਕ ਨੀਂਦ ਹੈ ਉਦੋਂ ਤੱਕ ਸੁਪਨਾ ਹੈ, ਤੇ ਨੀਂਦ ਟੁੱਟੀ ਤੇ ਸੁਪਨਾ ਖਤਮ। ਇਸੇ ਤਰ੍ਹਾਂ ਜਦੋਂ ਤੱਕ ਸਾਡੇ ਤੇ ਅਗਿਆਨਤਾ ਦੀ ਨੀਂਦ ਹੈ, ਆ ਛੋਟੀ ਮੋਟੀ ਸੰਸਾਰੀ ਨੀਂਦ ਨਹੀਂ, ਅਗਿਆਨਤਾ ਦੀ ਨੀਂਦ ਹੈ, ਉਦੋਂ ਤੱਕ ਆਹ ਸੁਪਨਾ ਹੈ। ਸਾਨੂੰ ਉਸ ਅਗਿਆਨਤਾ ਦੀ ਨੀਂਦ ਚੋਂ ਜਗਾਉਣ ਵਾਸਤੇ ਮਹਾਰਾਜ ਬਚਨ ਕਹਿੰਦੇ ਨੇ। ਅਸੀਂ ਕਈ ਵਾਰ ਪਾਠ ਕਰਦੇ ਪੜ੍ਹੇ ਨੇ, ਜਾਗੋ ਜਾਗੋ ਸੁੱਤੇ ਹੋ ਚਲਿਆ ਵਣਜਾਰਾ। ਮਹਾਰਾਜ ਦਾ ਆਪਣਾ ਬਚਨ ਹੈ, ਜਾਗ ਲੈ ਹੁਰੇ ਮਨਾ, ਜਾਗ ਲੈ ਹੋ ਕਹਾਂ ਗਾਫਲ ਸੋਇਆ। ਇਹ ਜਾਗ ਤੇ ਜਾਗਦੇ ਕੀ ਹੋਣਾ ਹੈ? ਸੁਪਨਾ ਖਤਮ, ਫਿਰ ਆਨੰਦ ਹੋਣਾ ਹੈ। ਫਿਰ ਸ਼ਾਇਦ ਗਿਆਨੀ ਹੱਸਦੇ ਹੋਣ ਕਿ ਸੁਪਨਾ ਦੇਖ ਕੇ ਵੀ ਲੜੀ ਝਗੜੀ ਜਾਂਦੇ ਸਨ, ਸੁਪਨਾ ਸੀ। ਪਾਤਸ਼ਾਹ ਕਹਿਣ ਲੱਗੇ, ਜਦੋਂ ਤੱਕ ਇਹ ਅਗਿਆਨਤਾ ਦੀ ਨੀਂਦ ਹੈ, ਇਸ ਨੂੰ ਕਦੇ ਕਦੇ ਸੀ ਮੋਹ ਆਸ਼ਿਤ ਅਗਿਆਨ ਕਈ ਨੇ, ਜਿਹਦੇ ਕਰਕੇ ਜੁੜੇ ਰਹਿੰਦੇ ਆ। ਇਹ ਅਗਿਆਨਤਾ ਦੀ ਨੀਂਦ ਹੈ। ਜਦ ਤੱਕ ਅਗਿਆਨ ਹੈ ਤਦ ਤੱਕ ਆ ਸੁਪਨਾ ਹੈ। ਹਾਂਜੀ, ਜਗਤ ਸਾਚ ਜਾਨੀਅਤ ਵਿਦਨਾਨ। ਉਦੋਂ ਤੱਕ ਇਹ ਜਗਤ ਸੱਚ ਹੈ। ਜਦ ਤੱਕ ਅਗਿਆਨਤਾ ਦੀ ਨੀਂਦ ਹੈ, ਉਦੋਂ ਤੱਕ ਹੀ ਜਗਤ ਸੱਚ ਹੈ। ਜਿਵੇਂ ਉਹ ਨੀਂਦ ਹੈ ਤੇ ਉਹ ਸੁਪਨਾ ਸੱਚ ਹੈ, ਤੇ ਜਦੋਂ ਤੱਕ ਆ ਅਗਿਆਨਤਾ ਦੀ ਨੀਂਦ ਹੈ, ਆ ਜਗਤ ਦਾ ਸੁਪਨਾ ਸੱਚ ਹੈ। ਪਰ ਇਹਦੇ ਨਾਨਾ ਪ੍ਰਕਾਰ ਦੇ ਰੰਗ ਨੇ, ਖੁਸ਼ੀਆਂ ਗਮੀਆਂ, ਹਰ ਖੁਸ਼ੋਗਾ, ਸਾਰਾ ਕੁਝ ਇਹ ਨਾਨਾ ਪ੍ਰਕਾਰ ਦੇ ਸਾਡੇ ਰੰਗ ਇਸ ਜਗਤ ਵਿੱਚ ਨੇ। ਅਸੀਂ ਸੁਪਨਾ ਮਾਣ ਰਹੇ ਹਾਂ। ਪ੍ਰਾਪਤ ਇਸ਼ਟ ਹਰਖ ਔਰ ਭਾਰ। ਔਰ ਇਸ ਸੁਪਨੇ ਦੇ ਵਿੱਚ ਹੀ ਅਸੀਂ ਇਸ਼ਟ ਵੀ ਪ੍ਰਾਪਤ ਕੀਤਾ, ਖੁਸ਼ੀਆਂ ਵੀ ਕੀਤੀਆਂ, ਗਮੀਆਂ ਵੀ ਕੀਤੀਆਂ, ਸਭ ਕੁਝ ਚੰਗਾ ਤੇ ਮੰਦਾ ਆਪਾਂ ਕਰਦੇ ਚਲੇ ਜਾ ਰਹੇ ਹਾਂ। ਇਹ ਸੁਪਨੇ ਦੀ ਨਿਆਈ ਹੈ। ਹੋਤ ਅਨਿਸ਼ਟ ਸ਼ੋਕ ਕਰ ਭਾਰ। ਕਿਤੇ ਅਨਿਸ਼ਟ ਹੋ ਜਾਂਦਾ ਹੈ, ਅਕਸਰ ਖਬਰ ਆ ਜਾਂਦੀ, ਦੇਖੋ ਜਿੱਥੇ ਹੜ ਆ ਗਿਆ। ਆ ਹੁਣ ਦੇਖਦੇ ਨਾ ਕੇਰਲਾ 'ਚ ਹੜ ਆਏ ਨੇ, ਕਦੇ ਕਿਤੇ ਹੜ ਆ ਗਿਆ, ਕਿਤੇ ਅੱਗ ਲੱਗ ਗਈ, ਕਿਤੇ ਗੜੇ ਪੈ ਗਏ, ਕਿਤੇ ਕੁਝ ਹੋਰ ਹੋ ਗਿਆ। ਇਹਨੂੰ ਅਨਿਸ਼ਟ ਕਹਿੰਦੇ ਨੇ, ਜੋ ਮਨੁੱਖ ਦੀ ਪਕੜ ਤੇ ਨਹੀਂ ਹੈ, ਕੁਦਰਤੀ ਆਪਦਾ ਕਹਿੰਦੇ ਨੇ। ਅਨਿਸ਼ਟ ਹੋ ਜਾਏ ਤੇ ਦੁਖੀ ਹੋਣ ਲੱਗ ਪੈਂਦਾ ਹੈ, ਗਮ ਕਦਾ ਕਰਦਾ ਹੈ। ਤੇ ਜਿਹੜੇ ਗਿਆਨੀ ਨੇ ਇਹ ਤੋਂ ਮੁਕਤ ਹੋ ਜਾਣ। ਉਹ ਹਰਖ ਸੋਗ ਤੇਰਾ ਹੈ ਨਿਆਰੋ, ਉਹੀ ਰਹਿ ਸਕਦਾ ਹੈ ਜਿਸ ਨੂੰ ਗਿਆਨ ਹੋਵੇਗਾ। ਰਾਗ ਦਵੈਸ਼ ਭੈ ਆਦਿਕ ਜੇ। ਰਾਗ ਤੇ ਦਵੈਸ਼ ਇਹ ਮਨੁੱਖ ਦੇ ਜੋ ਸੁਭਾਵ ਨੇ, ਜੋ ਜਿਨ੍ਹਾਂ ਕਰਕੇ ਸਾਡਾ ਸੰਸਾਰ ਚੱਲਦਾ। ਰਾਗ ਕੀਏ ਪਿਆਰ ਨੂੰ, ਦਵੈਸ਼ ਕੀਏ ਨਫ਼ਰਤ ਨੂੰ। ਅਸੀਂ ਇਸੇ ਤਰ੍ਹਾਂ ਚੱਲਦੇ ਹਾਂ, ਕਿਸੇ ਨਾਲ ਪਿਆਰ ਕਰਦੇ ਹਾਂ, ਕਿਸੇ ਨਾਲ ਨਫ਼ਰਤ ਕਰਦੇ ਹਾਂ।
ਤੇ ਸੰਸਾਰ ਵਿੱਚ ਇਸੇ ਤਰ੍ਹਾਂ ਤੁਰੇ ਜਾਂਦੇ ਆ, ਡਰਦੇ ਹੋਏ, ਭੈ ਕਰਦੇ ਹੋਏ, ਪਿਆਰ ਕਰਦੇ ਹੋਏ, ਨਫ਼ਰਤ ਕਰਦੇ। ਇਹ ਸਾਡੀਆਂ ਮਨੋਬਿਰਤੀਆਂ ਨੇ। ਹੌਲੀ ਹੌਲੀ ਪੜ੍ਹਾਂਗੇ ਬਾਣੀ ਨੂੰ ਤੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਤੇ 2-4 ਬਿਰਤੀਆਂ ਜਾਣਦੇ ਆਪਣੀਆਂ। ਸਾਡੀਆਂ 25 ਪ੍ਰਕਾਰ ਦੀਆਂ ਬਿਰਤੀਆਂ ਹੁੰਦੀਆਂ ਨੇ। 5 ਪ੍ਰਕਾਰ ਦੇ ਸਾਡੇ ਵਿਕਾਰ ਨੇ ਤੇ 5 ਤੋਂ 25 ਪ੍ਰਕਾਰ ਦੀਆਂ ਸਾਡੀਆਂ ਹਰ ਇੱਕ ਮਨੁੱਖ ਦੀਆਂ ਬਿਰਤੀਆਂ ਹੁੰਦੀਆਂ ਨੇ। ਉਹਨਾਂ ਬਿਰਤੀਆਂ ਵਿੱਚੋਂ ਕੁਝ ਬਿਰਤੀਆਂ ਸਾਡੀਆਂ ਜ਼ਿਆਦਾ ਹੁੰਦੀਆਂ ਨੇ ਤੇ ਇੱਕ ਸਮੇਂ ਤੇ ਸਾਡੀ ਇੱਕ ਬਿਰਤੀ ਕਰੰਟ ਪ੍ਰਗਟ ਹੋ ਰਹੀ ਹੁੰਦੀ ਹੈ, ਬਾਕੀ ਸਾਇਲੈਂਟ ਹੁੰਦੀਆਂ ਨੇ। ਸਮੇਂ ਦੇ ਨਾਲ ਉਹ ਪ੍ਰਗਟ ਹੁੰਦੀਆਂ ਰਹਿੰਦੀਆਂ। ਅਲੋਪ ਸਾਈਕਲ ਚੱਲਦਾ ਰਹਿੰਦਾ। ਕਹਿਣ ਲੱਗਾ ਇਸੇ ਤਰ੍ਹਾਂ ਅਸੀਂ ਸੁਪਨਾ ਦੇਖਦੇ ਰਹਿੰਦੇ ਆ। ਹਾਂਜੀ, ਇਨ ਕੋ ਧਰਤ ਅਨਕ ਦੁਖ ਖੇਈ। ਇਹਨਾਂ ਦੇ ਸਦਕੇ ਹੀ ਅਸੀਂ ਦੁਖੀ ਹੁੰਦੇ ਰਹਿੰਦੇ ਆ ਤੇ ਦੁੱਖ ਸੁਖ ਧਾਰਨ ਕਰਦੇ ਰਹਿੰਦੇ ਹਾਂ। ਹਾਂਜੀ, ਬੜੇ ਭਾਗ ਤੇ ਸਤਿਗੁਰ ਪਾਏ। ਵੱਡੇ ਭਾਗਾਂ ਦੇ ਸਦਕੇ ਕਦੇ ਕਦਾਈ ਕਿਸੇ ਕਿਸੇ ਜੀ ਨੂੰ ਸਾਡੇ ਵੱਡੇ ਭਾਗ ਨੇ, ਉਹਨਾਂ ਕਦੇ ਕਦਾਈ ਵਾਲੇ ਤੋਂ ਅਸੀਂ ਆ ਕਿਤੇ ਸਤਿਗੁਰੂ ਮਿਲ ਪੈਂਦੇ ਨੇ। ਜਿਵੇਂ ਸੁਪਨੇ ਵਿੱਚ ਕੋਈ ਬੰਦਾ ਡਰਿਆ ਹੋਇਆ, ਸੁਪਨੇ ਵਿੱਚ ਕੰਬ ਰਿਹਾ, ਸੁਪਨੇ ਵਿੱਚ ਡਰੀ ਜਾਂਦਾ ਹੈ, ਮੰਜੇ ਤੇ ਪਿਆ ਰੋਈ ਜਾਂਦਾ ਹੈ, ਪਰ ਗਹਿਰੀ ਨੀਂਦ ਵਿੱਚ ਹੈ ਤੇ ਕਿਤੇ ਕੋਈ ਸਿਆਣਾ ਬੰਦਾ ਬਾਂਹ ਫੜ ਕੇ ਹਿਲਾ ਦਿੰਦਾ ਹੈ, ਉਹ ਜਾਗ ਭਲਿਆ ਕਿਤੇ ਸੁਪਨਾ ਦੇਖਦਾ ਪਿਆ। ਇਸੇ ਤਰ੍ਹਾਂ ਕਦੇ ਇਹ ਮਨੁੱਖਾਂ ਨੂੰ ਚੋਂ ਕੁਝ ਭਾਗਾਂ ਵਾਲੇ ਜੀਆਂ ਨੂੰ ਗੁਰੂ ਮਿਲ ਪੈਂਦੇ ਨੇ। ਮਿਟੇ ਕਲੇਸ਼ ਸੋਲੇ ਤਬ ਬਚਾਏ। ਤੇ ਗੁਰੂ ਕੀ ਕਰਦੇ ਨੇ? ਅਸੀਂ ਗੁਰੂ ਨੂੰ ਆਪਣੇ ਲਈ ਇਸ ਤਰ੍ਹਾਂ ਵਰਤੇ, ਪਰ ਗੁਰੂ ਸਾਡੀ ਅਗਿਆਨਤਾ ਦੀ ਮੋਹ ਦੀ ਨੀਂਦ ਜੋ ਸਾਨੂੰ ਜਗਾ ਦਿੰਦੇ ਨੇ। ਦਰਅਸਲ ਗੁਰੂ ਤੇ ਸਿੱਖ ਦਾ ਜੋ ਬੇਸਿਕ ਮੂਲ ਸੰਕਲਪ ਸੰਬੰਧ ਹੈ ਉਹ ਸ਼ਰੀਰਾਂ ਦਾ ਨਹੀਂ ਹੈ, ਅਗਿਆਨਤਾ ਦੀ ਨੀਂਦ ਚੋਂ ਜਗਾਉਣੇ ਸੇ ਕਰਕੇ। ਤੇ ਨੀਂਦ ਸਾਡੀ ਸੁਰਤ ਹੈ ਤੇ ਸ਼ਬਦ ਦੀ ਧੁਨ ਦੇ ਸਦਕੇ ਉਹ ਸੁਰਤ ਨੂੰ ਜਗਾਇਆ ਜਾਂਦਾ। ਅਸੀਂ ਇੱਕ ਬਚਨ ਪੜ੍ਹਿਆ, ਜਿਸ ਤੇ ਸੁੱਤਾ ਨਾਨਕਾ ਜਾਗਾਏ ਸੋਈ। ਅਸੀਂ ਉਹਦੇ ਨਾਲ ਜੁੜੇ ਸਾਂ, ਟੁੱਟ ਕੇ ਸੌਂ ਗਏ ਹਾਂ, ਫਿਰ ਉਹੀ ਜਗਾਏਗਾ। ਉਸੇ ਦੀ ਆਵਾਜ਼ ਦੇ ਨਾਲ, ਉਸੇ ਦੀ ਧੁਨ ਦੇ ਨਾਲ, ਜਿਹਨੂੰ ਸਾਨੂੰ ਕਹਿੰਦੇ ਨੇ ਸ਼ਬਦ ਦੀ ਧੁਨ ਦੇ ਨਾਲ ਹੀ ਸਾਡਾ ਚੇਤਨ ਪੱਖ ਜੋ ਅਚੇਤ ਹੋ ਚੁੱਕਾ ਹੈ ਜਾਗਣਾ। ਅਸੀਂ ਪੜ੍ਹਦੇ ਹਾਂ, ਸਿਮਰ ਸਿਮਰ ਸਤਿਗੁਰੂ, ਆਪਣੇ ਸਤਿਗੁਰੂ ਨੂੰ ਸਿਮਰ ਸਿਮਰ ਗੁਰ ਸਤਿਗੁਰ ਆਪਣਾ ਸੋਇਆ ਮਨ ਜਾਗਾਈ। ਆਪਣੇ ਗੁਰੂ ਦੇ ਬਖਸ਼ੇ ਸ਼ਬਦ ਨੂੰ ਬਾਰ-ਬਾਰ ਚੇਤੇ ਕਰ, ਬਾਰ-ਬਾਰ ਚੇਤੇ ਕਰ, ਬਾਰ-ਬਾਰ ਪੁਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਧੁਨ ਤੇਰੇ ਅੰਦਰ ਤੱਕ ਪ੍ਰਵੇਸ਼ ਕਰ ਗਈ। ਇਹਦੇ ਚ ਹੈ ਗੁਰੂ ਕੀ ਕਲਾ, ਗੁਰੂ ਕੀ ਸ਼ਬਦ ਕਲਾ, ਤੇ ਤੈਨੂੰ ਇਹ ਜਗਾ ਸਕਦੀ। ਜਗਾ ਦਿੱਤਾ ਤੇ ਕਲੇਸ਼ ਮਿਟ ਜਾਏਗਾ। ਹਾਂਜੀ, ਜਿਮ ਸੁਪਨੇ ਮਹਿ ਸ਼ੇਰ ਕਰਾਲ। ਫਿਰ ਦੁਹਰਾ ਕੇ ਕਹਿੰਦੇ ਪਿਆਰਿਆ, ਜੇ ਸੁਪਨੇ ਵਿੱਚ ਸ਼ੇਰ ਦੇਖਿਆ ਹੋਵੇ ਨਾ, ਦੇਖਤ ਉਪਜੋ ਤਰਾਸ ਵਿਸਾਲ। ਸੁਪਨੇ ਵਿੱਚ ਦੇਖੇ ਹੋਏ ਸ਼ੇਰ ਨੂੰ ਵੇਖ ਕੇ ਤਰਾਸ ਆ ਗਏ, ਡਰ ਆ ਗਿਆ ਹੈ। ਭਾਗਿਓ ਜਾਏ ਨਾ ਗਿਰ ਗਿਰ ਜਾਵੇ। ਤੇ ਸਭ ਨੂੰ ਪਤਾ ਹੈ ਕਿ ਸੁਪਨੇ ਵਿੱਚ ਭੱਜਿਆ ਵੀ ਨਹੀਂ ਜਾਂਦਾ ਹੁੰਦਾ। ਕਈ ਵਾਰ ਤੇ ਸੁਪਨੇ ਵਿੱਚ ਅਸੀਂ ਹੱਥ ਉਠਾਉਣਾ ਚਾਹੁੰਦੇ ਹਾਂ। ਅਰਧ ਚੇਤਨਾ ਨੂੰ ਤੰਦਰਾ ਕਹਿੰਦੇ ਨੇ। ਅਰਧ ਚੇਤਨਾ ਹੁੰਦੀ ਹੈ, ਇੱਕ ਪਾਸੇ ਅਸੀਂ ਉੱਠਣਾ ਚਾਹੁੰਦੇ ਹਾਂ, ਬੋਲਣਾ ਚਾਹੁੰਦੇ ਹਾਂ, ਜਾਗਣਾ ਚਾਹੁੰਦੇ ਹਾਂ, ਪਰ ਨਾ ਜਾਗਿਆ ਜਾਂਦਾ ਹੈ, ਨਾ ਬੋਲਿਆ ਜਾਂਦਾ ਹੈ ਤੇ ਨਾ ਸਾਥੋਂ ਕੁਝ ਹੁੰਦਾ ਹੈ। ਇਸੇ ਤਰ੍ਹਾਂ ਸੁਪਨੇ ਵਿੱਚ ਰਹਿੰਦੇ ਹਾਂ। ਉਹ ਤੇ ਅਸ਼ੱਕ ਡਰਾਏ ਬਰੜਾਵੇ। ਅਸ਼ਕਤ ਹੋਇਆ, ਸ਼ਕਤੀਹੀਨ ਹੋਇਆ ਪਿਆ ਬਰੜਾਉਂਦਾ ਹੈ ਤੇ ਆਵਾਜ਼ ਵੀ ਨਿਕਲਦੀ। ਇਸੇ ਤਰ੍ਹਾਂ ਸਾਡੀ ਹਾਲਾਤ ਹੁੰਦੀ। ਫਿਰ ਪਾਤਸ਼ਾਹ ਸਾਹਿਬ ਜੀ ਦੇ ਨਾਲ ਹੋਰ ਕੀ ਕੋਈ ਸੰਵਾਦ ਬਖਸ਼ਿਸ਼ਾਂ ਕਰਦੇ ਨੇ, ਕਿਉਂਕਿ ਅਧਿਕਾਰੀ ਕਰ ਲਿਆ, ਨਦਰ ਪੈ ਗਈ ਹੈ ਤੇ ਕਿਰਪਾ ਵਰਤੀ। ਗੁਰ ਕਿਰਪਾ ਕਰਨ। ਬੇਨਤੀ ਕਰੀ ਸੱਚੇ ਪਾਤਸ਼ਾਹ, ਸਾਡੇ ਤੇ ਵੀ ਕਿਤੇ ਇਹ ਰਹਿਮਤ ਦੀ ਦ੍ਰਿਸ਼ਟੀ ਪਾ ਦਿਓ, ਸਾਡੇ ਤੇ ਵੀ ਕਿਰਪਾ ਕਰ ਦਿਓ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਤੋਪੈ ਸੁਆਮੀ, ਮਾਨਸ ਕੀ ਗਤ ਇਹੀ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦਾ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।